ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 617 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਸੋਠ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਬਦਾਂ ਦੀ ਤੀਸਰੀ ਲੜੀ ਲੈ ਰਹੇ ਹਾਂ। ਪਹਿਲੀ ਲੜੀ ਜਿਹੜੀ ਸੀਗੀ 11 ਸ਼ਬਦਾਂ ਦੀ, ਫਿਰ 18 ਸ਼ਬਦਾਂ, ਪਹਿਲੀ 11 ਦੀ, ਦੂਜੀ 17 ਦੀ, ਔਰ ਤੀਸਰੀ ਲੜੀ ਜਿਹੜੀ ਸ਼ੁਰੂ ਕਰ ਰਹੇ ਹੁਣ 22 ਸ਼ਬਦਾਂ ਦੀ ਲੜੀ ਹੈਗੀ। ਸੋਠ ਰਾਗ ਦੇ ਵਿੱਚ ਅੰਗ 617। ਮਹਾਰਾਜ ਮਿਹਰ ਕਰਨ। ਸੋਠ ਮਹੱਲਾ ਪੰਜਵਾਂ, ਘਰ ਦੂਜਾ, ਦੁਪਦੇ, ਇੱਕ ਓਂਕਾਰ, ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਘੀਆ। ਬੈਸੰਤਰ ਕਹਿੰਦੇ ਅੱਗ, ਬਨਸਪਤ, ਘੀਆ ਮਤਲਬ ਘਿਓ। ਇਹ ਮਹਾਰਾਜ ਜਿਹੜੇ ਆਪਾਂ ਨੂੰ ਗਿਆਨ ਦੇਣਾ ਚਾਹੁੰਦੇ ਆ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਵਿੱਚ ਹੈਗਾ, ਹਰ ਜਗ੍ਹਾ 'ਤੇ ਹੈਗਾ। ਜਿਸ ਤਰ੍ਹਾਂ ਸਾਰੀ ਬਨਸਪਤੀ ਦੇ ਵਿੱਚ ਜਿਹੜੀ ਅੱਗ ਹੁੰਦੀ ਆ, ਬਸ ਪ੍ਰਜਵਲਿਤ ਕਰ ਲਓ, ਅੱਗ ਹੈਗੀ ਆ ਸਾਰੇ ਦੁੱਧ ਜਿਹੜੇ ਹੈਗੇ, ਕਿਉਂਕਿ ਬਨਸਪਤੀ ਨੇ ਦੇਣਾ ਕਿ ਅਲਟੀਮੇਟਲੀ ਬਨਸਪਤੀ ਨੇ ਸੜਨਾ ਹੈ, ਅਤੇ ਅੱਗ ਹੀ ਦੇਣੀ ਹੈ ਬਨਸਪਤੀ ਨੇ। ਜੇ ਅੱਗ ਨਾ ਹੋਏ ਤਾਂ ਸੜੇ ਕਿਉਂ? ਲੋਹੇ ਦੇ ਵਿੱਚ ਅੱਗ ਥੋੜ੍ਹੀ ਨਾ, ਲੋਹਾ ਥੋੜ੍ਹੀ ਨਾ ਸੜੂਗਾ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆਂ। ਕਹਿੰਦੇ ਉੱਚਾ ਨੀਵਾਂ ਹਰ ਜਗ੍ਹਾ 'ਤੇ ਮਾਲਕ ਪਰਮਾਤਮਾ ਦੀ ਜੋਤ ਆ। ਹਰੇਕ ਦੇ ਅੰਦਰ ਮਾਲਕ ਪਰਮਾਤਮਾ ਦੀ ਘਟ ਘਟ ਮਾਧੋ। ਉਹ ਮਾਲਕ ਪਰਮਾਤਮਾ ਹਰੇਕ ਦੇ ਅੰਦਰ ਹੈ, ਹਰੇਕ ਜੀਵ ਦੇ ਅੰਦਰ ਹੈ। ਘਟ ਘਟ ਮਾਧੋ ਜੀਆਂ, ਹਰੇਕ ਜੀਵ ਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ। ਜਦ ਮਾਲਕ ਪਰਮਾਤਮਾ ਸਾਰਿਆਂ ਦੇ ਅੰਦਰ ਹੈਗਾ, ਫਿਰ ਜਿਹੜਾ ਹੈਗਾ ਆਪਾਂ ਉਸ ਮਾਲਕ ਪਰਮਾਤਮਾ ਨੂੰ ਆਪਣੇ ਅੰਦਰ ਕਿਉਂ ਨਹੀਂ ਪਾਲਦੇ? ਮਹਾਰਾਜ ਕਹਿੰਦੇ ਆ ਕਿ ਇਹ ਸਾਰੀ ਬਾਣੀ ਕਹਿੰਦੀ ਹੈ ਮਾਲਕ ਨੂੰ ਜੇ ਮਿਲਣਾ ਹੈ ਤੇ ਆਪਣੇ ਅੰਦਰ ਵੜਨਾ ਪਊਗਾ। ਦੂਜੇ ਦੇ ਅੰਦਰ ਤੂੰ ਨਹੀਂ ਵੜ ਸਕਦਾ, ਆਪਣੇ ਅੰਦਰ ਵੜ ਸਕਦਾ ਹੈ ਤੂੰ। ਤੇਰੇ ਅੰਦਰ ਹੀ ਮਾਲਕ ਜਿਹੜਾ ਹੈਗਾ, ਉਹਦਾ ਰਸਤਾ ਤੇਰੇ ਅੰਦਰ ਹੀ ਜਾਂਦਾ ਹੈ, ਔਰ ਤੇਰੇ ਮਨ ਦੇ ਥਰੂ ਜਾਏਗਾ। ਜਿਹੜਾ ਇਹ ਮਨ ਹੈਗਾ, ਜਿਹੜਾ ਆਤਮਾ ਦੇ ਉੱਤੇ ਛਾਇਆ ਹੋਇਆ ਹੈ, ਤੇਰੀ ਆਤਮਾ ਹੀ ਪਰਮਾਤਮਾ ਹੈ। ਆਤਮਾ ਨੂੰ ਤੱਕ ਪਹੁੰਚ ਗਿਆ, ਪਰਮਾਤਮਾ ਮਿਲ ਜਾਣਾ ਤੈਨੂੰ। ਫਿਰ ਤੇਰਾ ਉਹ ਮਾਲਕ ਤਾਂ ਹਰ ਜਗ੍ਹਾ 'ਤੇ ਹੈਗਾ। ਉਹ ਮਾਲਕ ਤਾਂ ਹਰ ਜਗ੍ਹਾ 'ਤੇ ਹੈਗਾ, ਬਸ ਉਹਦੀ ਐਂਟਰੈਂਸ ਜਿਹੜੀ ਹੈਗੀ ਆਪਣੇ ਅੰਦਰ ਹੀ ਹੈਗੀ। ਜਦ ਆਤਮਾ ਤੱਕ ਪਹੁੰਚ ਗਏ ਤਾਂ ਆਪਾਂ ਨੂੰ ਹਰੇਕ ਦੇ ਅੰਦਰ ਹਰ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਉਹਦਾ ਹਿੱਸਾ ਬਣ ਗਏ। ਉਹਦਾ ਹਿੱਸਾ ਤਾਂ ਹੈਗੇ ਹੀ ਆਪਾਂ, ਪਰ ਆਪਾਂ ਜਿਹੜੇ ਹੈਗੇ, ਇਹ ਬੋਥ ਵੇ ਕਮਿਊਨੀਕੇਸ਼ਨ ਨਹੀਂ ਹੈ, ਵਨ ਵੇ ਹੈਗੀ। ਆਪਾਂ ਨਹੀਂ ਜਾ ਸਕਦੇ ਉੱਧਰੋਂ, ਮਾਲਕ ਤਾਂ ਨਾਲ ਤਾਂ ਹੈਗੇ ਹੀ ਆ। ਮਾਲਕ ਦਾ ਹਿੱਸਾ ਤਾਂ ਆਪਾਂ ਪਹਿਲਾਂ ਵੀ ਹੈਗੇ, ਹੁਣ ਵੀ ਹੈਗੇ, ਜਾਣਾ ਤਾਂ ਕਿਤੇ ਵੀ ਨਹੀਂ, ਮਾਲਕ ਦੇ ਨਾਲ ਹੀ ਹੈਗੇ ਆ, ਹੁਣ ਵੀ ਨਾਲ ਹੀ ਰਹਿਣਾ ਹੈ, ਬਾਅਦ ਵਿੱਚ ਵੀ। ਪਰ ਇਹ ਹੈ ਵੀ ਚੇਤਨ ਦੇ ਵਿੱਚ ਰਹਿਣਾ ਹੈ। ਫਿਰ ਹੁਣ ਅਵਚੇਤਨ ਹੈਗੇ ਆ ਆਪਾਂ। ਫਰਕ ਤਾਂ ਜ਼ਮੀਨ ਅਸਮਾਨ ਦਾ, ਆਪਣੇ ਲਈ ਫਰਕ ਹੈ, ਮਾਲਕ ਲਈ ਕੋਈ ਫਰਕ ਨਹੀਂ ਹੈ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਹਰੇਕ ਜੀਵ ਦੇ ਅੰਦਰ ਘਟ ਘਟ ਦੇ ਵਿੱਚ, ਊਚ ਨੀਚ ਹਰ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਦੀ ਜੋਤ ਹੈਗੀ। ਸੰਤੋ ਘਟ ਘਟ ਰਿਹਾ ਸਮਾਹਿਓ। ਹੁਣ ਇਹ ਸੰਤੋ ਕਿਉਂ ਲਿਖਿਆ ਮਹਾਰਾਜ ਨੇ? ਲੋਕੋ ਕਿਉਂ ਨਹੀਂ ਲਿਖ ਦਿੱਤਾ ਮਹਾਰਾਜ ਨੇ? ਹਾਂ, ਸੰਤੋ ਇਸ ਕਰਕੇ ਲਿਖਿਆ ਕਿ ਇਹ ਲੱਭਣ ਦਾ ਕੰਮ ਜਿਹੜਾ ਹੈ, ਮਿਲਣ ਦਾ ਕੰਮ ਜਿਹੜਾ ਹੈਗਾ, ਸੰਤਾਂ ਨਹੀਂ ਕਰਨਾ ਹੈ। ਸੰਤ ਕੌਣ ਹੁੰਦੇ? ਜਿਹੜੀ ਸਾਧਨਾ ਕਰਦੇ ਆ। ਇਸ ਕਰਕੇ ਗਿਆਨ ਸੰਤਾਂ ਨੂੰ ਹੈਗਾ ਭਾਈ। ਸੰਤੋ ਘਟ ਘਟ ਰਿਹਾ ਸਮਾਇਓ।
ਕਹਿੰਦੇ ਹਰੇਕ ਘਟ ਦੇ ਅੰਦਰ ਮਾਲਕ ਸਮਾਇਆ ਹੋਇਆ ਹੈ। ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਆਹਿਓ। ਕਹਿੰਦੇ ਉਹ ਤਾਂ ਪੂਰੀ ਤਰ੍ਹਾਂ ਪੂਰਨ ਪੂਰ ਰਹਿਓ ਸਰਬ ਮੈਂ, ਸਾਰਿਆਂ ਦੇ ਵਿੱਚ ਪੂਰੀ ਤਰ੍ਹਾਂ ਰਮਿਆ ਹੋਇਆ ਹੈ, ਪੂਰਾ ਹੈਗਾ ਸਾਰਿਆਂ ਦੇ ਵਿੱਚ, ਕਿਸੇ 'ਚ ਅਧੂਰਾ ਨਹੀਂ ਹੈਗਾ ਮਾਲਕ ਪਰਮਾਤਮਾ। ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਆਹਿਓ। ਕਹਿੰਦੇ ਪਾਣੀ ਦੇ ਵਿੱਚ ਵੀ, ਥਲ ਦੇ ਵਿੱਚ ਵੀ, ਹਰ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਹੈਗਾ। ਰਹਾਓ। ਸਭ ਤੋਂ ਸਟਾਰਟ ਦੇਖੋ, ਸ਼ਬਦ ਸਟਾਰਟ ਹੋ ਰਿਹਾ, ਲੜੀ ਸ਼ੁਰੂ ਹੋ ਰਹੀ ਹੈ। ਸਭ ਤੋਂ ਪਹਿਲਾਂ ਦੱਸ ਰਹੇ ਵੀ ਕਿੱਥੇ ਮਾਲਕ ਪਰਮਾਤਮਾ ਨੂੰ ਤੂੰ ਮਿਲਣਾ ਆ, ਮਿਲਣ ਦੀ ਜਗ੍ਹਾ ਕਿੱਥੇ ਆ, ਕਿੱਥੇ ਯਾਤਰਾ ਕਰਨੀ ਹੈ, ਗੱਡੀ ਕਿਹੜੇ ਪਾਸੇ ਨੂੰ ਲੈ ਕੇ ਜਾਣੀ ਆ। ਆਹ ਸਰੀਰ ਤੈਨੂੰ ਦਿੱਤਾ ਆ, ਤੇਰੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸੁਰਤ, ਮਤ, ਮਨ, ਬੁੱਧ, ਇਹ ਸਾਰੇ ਤੇਰੇ ਕੋਲ ਹੈਗੇ। ਇਹ ਸੁਨਹਿਰੀ ਮੌਕਾ ਤੈਨੂੰ ਮਿਲਿਆ ਆ, ਇਹ ਤੂੰ ਮਾਲਕ ਪਰਮਾਤਮਾ ਨੂੰ ਮਿਲਣਾ ਹੈਗਾ। ਤੇ ਕਿੱਧਰ ਨੂੰ ਜਾਣਾ ਪਊਗਾ, ਕੀ ਕਰਨਾ ਪਊਗਾ। ਸ਼ਬਦ ਸ਼ੁਰੂ ਹੀ ਇੱਥੋਂ ਹੁੰਦਾ ਹੈ। ਕਿੰਨਾ ਲਾਜ਼ਮੀ ਗਿਆਨ ਹੈਗਾ ਦੇਖੋ ਇਹ, ਬਈ ਉਹ ਮਾਲਕ ਨੂੰ ਮਿਲਣ ਦੀ ਤਾਂ ਇੱਛਾ ਹੀ। ਹੁਣ ਮਾਲਕ ਤਾਂ ਜਿਹੜਾ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰੇ ਭਰਮ ਚੁਕਾਇਆ। ਆ ਲਓ, ਕਹਿੰਦੇ ਹੁਣ ਜਿਹੜਾ ਜੇ ਤੇਰੇ ਅੰਦਰ ਇੱਛਾ ਹੈਗੀ ਆਪਣੇ ਅੰਦਰ ਵੜਨ ਦੀ, ਉਹ ਮਾਲਕ ਨੂੰ ਮਿਲਣ ਦੀ, ਤੇ ਭਾਈ ਸਤਿਗੁਰੂ ਜ਼ਰੂਰ ਜਿਹੜਾ ਹੈਗਾ ਵਿੱਚ ਆਊਗਾ। ਸਤਿਗੁਰੂ ਦੇ ਕੋਲੋਂ ਜਿਹੜਾ ਹੈਗਾ GPS, ਸਤਿਗੁਰੂ ਦੇ ਕੋਲੋਂ ਜਿਹੜਾ ਹੈਗਾ ਲੈਂਪ, ਸਤਿਗੁਰੂ ਦੇ ਕੋਲੋਂ ਜਿਹੜਾ ਹੈਗਾ ਲਾਲਟਨ, ਸਤਿਗੁਰੂ ਦੇ ਕੋਲੋਂ ਗਿਆਨ ਲੈਣਾ ਪਊਗਾ। ਉਹਦੇ ਨਾਲ ਤੈਨੂੰ ਨਜ਼ਰ ਆਊਗਾ ਰਸਤਾ ਨਜ਼ਰ ਆਊਗਾ। ਨਹੀਂ ਤਾਂ ਹੁਣ ਹਨੇਰੇ ਦੇ ਵਿੱਚ ਆ, ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ, ਕੀ ਕਰਨਾ ਹੈ, ਕੋਈ ਪਤਾ ਨਹੀਂ ਹੈ। ਮਾਲਕ ਨੂੰ ਮਿਲਣ ਦੇ ਵਾਸਤੇ, ਆਪਣੇ ਅੰਦਰ ਵੜਨ ਦੇ ਵਾਸਤੇ, ਹੁਣ ਆਪਣਾ ਅੰਦਰ ਕਿਵੇਂ ਵੜੀਏ, ਪਾੜ ਕੇ ਵੜੀਏ ਆਪਣੇ ਅੰਦਰ, ਕਿਸ ਤਰ੍ਹਾਂ ਵੜਨਾ ਹੈ ਅੰਦਰ ਆਪਣੇ। ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰੇ ਭਰਮ ਚੁਕਾਇਆ। ਸਤਿਗੁਰੂ ਨੇ ਭਰਮ ਜਿਹੜਾ ਧੋਖਾ, ਸਤਿਗੁਰੂ ਨੇ ਕਿਹਾ ਮਿੱਤਰਾ, ਜਿੱਥੇ ਤੂੰ ਮਰ ਰਿਹਾ ਹੈ ਨਾ, ਜਿੱਥੇ ਜਿਹਦੇ ਪਿੱਛੇ ਤੂੰ 24 ਘੰਟੇ ਰਾਊਂਡ ਦੀ ਕਲਾਕ ਜਿਹੜਾ ਲੱਗਿਆ ਹੋਇਆ, ਜਿਹੜੇ ਸਵਾਦਾਂ ਦੇ ਪਿੱਛੇ, ਜਿਹੜੇ ਸੰਸਾਰ ਦੇ ਪਿੱਛੇ, ਜਿਹੜੇ ਆਕਾਰ ਦੇ ਪਿੱਛੇ, ਇਹ ਹੈ ਨਹੀਂ ਗਾ, ਇਹ ਜਾਦੂ ਨਗਰੀ ਆ, ਇਹ ਉਹ ਜਾਦੂਗਰੀ ਹੈਗਾ ਮਾਲਕ ਪਰਮਾਤਮਾ। ਉਹ ਤਮਾਸ਼ਾ ਦਿਖਾ ਰਿਹਾ ਹੈ, ਉਹ ਸੁਪਨਾ ਦਿਖਾ ਰਿਹਾ ਹੈ, ਜਿਹੜੇ ਸੁਪਨੇ ਦੇ ਵਿੱਚ ਤੂੰ ਬੈਠਾ ਹੋਇਆ। ਆ ਤੇਰਾ ਸਰੀਰ ਵੀ ਸੁਪਨਾ ਹੀ ਆ ਪਿਆਰਿਆ। ਵਿਸ਼ਵਾਸ ਨਹੀਂ ਆਉਂਦਾ ਤੈਨੂੰ ਸਾੜਦੇ ਕਿਉਂ ਹੈ ਫਿਰ? ਸਰੀਰ ਜਿਹੜਾ ਹੈਗਾ ਖਤਮ ਕਿਉਂ ਹੋ ਜਾਂਦਾ ਹੈ ਫਿਰ? ਨਾ ਸਾੜਾਂਗੇ ਤੇ ਕਿਤੇ ਫਿਰ ਇਹ ਰਹਿ ਜੂਗਾ। ਇਹਨੂੰ ਜਿਹੜੇ ਹੈਗੇ ਫਿਰ ਮਾਲਕ ਨੇ ਬਣਾਏ ਹੋਏ ਆ, ਬੈਕਟੀਰੀਆ ਸਾਰੇ ਖਾ ਜਾਣਗੇ ਉਹ ਸਾਰੇ। ਹੋਰ ਜਾਨਵਰ ਬਥੇਰੇ ਹੈ, ਕਈ ਐਸਾ ਵੀ ਜਿਹੜੇ ਦੁਨੀਆ ਦੇ ਵਿੱਚ ਧਰਮ ਹੈਗੇ ਜਿਹੜੇ ਕਿ ਸਰੀਰ ਨੂੰ ਸਾੜਦੇ ਨਹੀਂ ਆ। ਉਹ ਕਹਿੰਦੇ ਖੱਡੇ 'ਚ ਪਾ ਦਿਓ, ਖੂਹ ਦੇ ਵਿੱਚ, ਵਿਚਾਰਾ ਕੋਈ ਖਾ ਲੂਗਾ, ਕਿਸੇ ਦੇ ਕੰਮ ਆ ਜੂਗੇ। ਕਈ ਰੋੜ ਦਿੰਦੇ ਆ ਭਾਈ ਪਾਣੀ 'ਚ। ਆਹ ਭਰਮ ਹੈਗਾ, ਆਹ ਧੋਖਾ ਹੈਗਾ, ਜਿੱਥੇ ਆਪਾਂ ਧੋਖੇ ਦੇ ਵਿੱਚ ਹੀ 24 ਘੰਟੇ ਧੋਖਾ ਹੀ ਪਸੰਦ ਕਰਦੇ ਹਾਂ। ਔਰ ਐਸਾ ਧੋਖਾ ਮਾਲਕ ਨੇ, ਐਸੀ ਚਿਲ ਮਿਲ ਬਿਸਿਆਰ ਦੁਨੀਆ ਫਾਨੀ, ਕਹਿੰਦੇ ਇੰਨੀ ਜ਼ਬਰਦਸਤ ਚਮਕ ਵਾਲੀ ਦੁਨੀਆ, ਪਰ ਹੈ ਫਾਨੀ ਕਹਿੰਦੇ ਆ, ਹੈ ਝੂਠ। ਫਾਨੀ ਕਹਿੰਦੇ ਆ ਜੋ ਸੱਚ ਨਹੀਂ ਹੈ, ਪਰ ਚਮਕ ਬਹੁਤ ਹੈ ਭਾਈ, ਫਸਾ ਲੈਂਦੀ ਹੈ ਮਾਇਆ। ਇਹੀ ਤਾਂ ਖੇਡ ਹੈ ਮਾਲਕ ਪਰਮਾਤਮਾ ਦੀ। ਜੇ ਮਾਲਕ ਨਾ ਇਸ ਤਰ੍ਹਾਂ ਸੱਚ ਵਾਂਗੂ ਦਿਸਣ ਵਾਲੀ ਨਾ ਬਣਾਉਂਦਾ ਤੇ ਕਿਹਨੇ ਫਸਣਾ ਸੀ ਜਾ ਕੇ। ਚਲੋ ਦਿਖਣ ਦੇ ਨਾਲ ਵੀ ਨਹੀਂ ਫਸਦੇ, ਪਰ ਮਾਲਕ ਨੇ ਵਿੱਚ ਸਵਾਦ ਪਾਤੇ। ਕਾਮ ਦਾ ਸਵਾਦ ਦੇਖੋ ਕਿੰਨਾ ਜ਼ਬਰਦਸਤ ਸਵਾਦ ਪਾਇਆ। 80% ਐਨਰਜੀ ਆਪਣੀ ਇਹਦੇ ਵਿੱਚ ਚਲੇ ਜਾਂਦੀ ਹੈ। ਇਹ ਸਵਾਦ ਖਾਣ ਦੇ ਸਵਾਦ ਕਿੰਨੇ ਪਾਏ ਮਾਲਕ ਪਰਮਾਤਮਾ ਨੇ। ਸਪਰਸ਼ ਦੇਖੋ ਕਿੰਨੇ ਆਪਾਂ ਨੂੰ ਫੜਨ ਵਾਸਤੇ ਜਿਹੜਾ ਹੈਗਾ, ਧੋਖਾ ਦੇਣ ਵਾਸਤੇ, ਆ ਕਿੰਨਾ ਦੇਖੋ, ਘਰ ਗ੍ਰਸਤੀ, ਬੱਚੇ, ਸਾਰਾ ਕੁਛ ਮਾਲਕ ਨੇ ਪਾਇਆ।
ਫਿਰ ਸਾਰੇ ਦੇ ਸਾਰੇ ਆਪੋ ਆਪਣੀ ਯਾਤਰਾ 'ਤੇ ਹੈਗੇ ਆਪਣੇ ਆਪਾਂ, ਨਾ ਕਿਸੇ ਦਾ ਕੋਈ ਹੈਗਾ ਨਾ ਕਿ ਸਾਰੇ ਮਾਲਕ ਪਰਮਾਤਮਾ ਦੇ ਹਨ, ਸਾਰਿਆਂ ਦੇ ਵਿੱਚ ਮਾਲਕ ਹੈ। ਜੋਤ ਤਾਂ ਸਾਰਿਆਂ ਦੇ ਵਿੱਚ ਉਹੀ ਦੀ ਉਹੀ ਹੈਗੀ। ਔਰ ਬਾਰ-ਬਾਰ ਅਸੀਂ ਬਾਰ-ਬਾਰ ਦੱਸਦੇ ਹਾਂ ਵੀ ਆਪਣੀ ਹਸਤੀ ਕੁਛ ਨਹੀਂ ਹੈਗੀ, ਆਪਣੇ ਕੋਲ ਹਉਮੈ ਹੈਗੀ, ਇਹਦੀ ਹਉਮੈ ਕੀਤੀ ਹੋਈ ਆਪਾਂ ਨੇ ਸਰੀਰ ਦੀ। ਆਪਣਾ ਤਾਂ ਜਿਹੜਾ ਵਜੂਦ ਜਿਹੜਾ ਹੈਗਾ, ਇੱਕ ਸਪਰਮ ਦੇ ਵਿੱਚ ਵੀ ਆਪਾਂ ਫਿੱਟ ਬੈਠ ਜਾਂਦੇ ਹਾਂ। ਸਪਰਮ ਜਿਹੜਾ ਹੈਗਾ, ਉਹ ਜਿਹੜੀ ਬਾਡੀ ਹੈਗੀ ਸਪਰਮ ਵੀ, ਆਤਮਾ ਨਹੀਂ ਹੈ ਸਪਰਮ, ਉਹਦੇ ਵਿੱਚ ਉਹਦੀ ਉਸ ਬਾਡੀ ਦੇ ਵਿੱਚ ਵੀ ਆਪਾਂ ਫਿੱਟ ਬੈਠ ਜਾਂਦੇ ਹਾਂ। ਆਪਣਾ ਵਜੂਦ ਹੈਗਾ। ਜਦ ਤੱਕ ਉਸ ਪੋਜੀਸ਼ਨ 'ਤੇ ਨਹੀਂ ਆਉਂਦੇ, ਜਦ ਤੱਕ ਆਪਣੀ ਆ ਹਉਮੈ ਜਿਹੜੀ ਆਪਾਂ ਨੇ ਲਈ ਫਿਰਦੇ ਹਾਂ, ਆਪਣੇ ਆਪ ਨੂੰ ਕੁਛ ਇਕਾਈ, ਆਪਣੇ ਆਪ ਨੂੰ ਕੁਛ ਮੰਨਦੇ ਹਾਂ, ਅਤੇ ਤਦ ਤੱਕ ਤਾਂ ਭਾਈ ਯਾਤਰਾ ਕਰਨੀ ਪਊਗੀ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਆਪਾਂ ਤਾਂ ਹਾਥੀ ਹੋਏ, ਮਨ ਹਾਥੀ ਹੋਇਆ ਪਿਆ ਆਪਣਾ। ਬਸ ਇਹਨੂੰ ਹੀ ਹਟਾਉਣਾ ਹੈ ਭਾਈ, ਵਾਪਸ ਉਸੇ ਜਗ੍ਹਾ 'ਤੇ ਉਸੇ ਪੋਜੀਸ਼ਨ 'ਤੇ ਆਉਣਾ ਪਊਗਾ। ਆਹੀ ਭਗਤੀ, ਆਹੀ ਯਾਤਰਾ ਹੈਗੀ। ਇਹਦੇ ਵਾਸਤੇ ਗੁਰੂ ਚਾਹੀਦਾ ਹੈ ਭਾਈ। ਆਹੀ ਭਰਮ ਹੈਗਾ, ਆਹੀ ਧੋਖਾ ਹੈਗਾ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰੇ ਭਰਮ ਚੁਕਾਇਆ। ਸਰਬ ਨਿਵਾਸੀ ਸਦਾ ਲੇਪਾ, ਸਭ में रहा समायो। गुण निदान नानक जस गावै, सतगुरे परम चुकायो। सर्व निवासी सदा लेपा, सब में रहा समायो। ਸਾਰਿਆਂ ਦੇ ਵਿੱਚ ਹੈਗਾ ਮਾਲਕ ਪਰਮਾਤਮਾ, ਔਰ ਸਾਰਿਆਂ ਤੋਂ ਅਲੇਪ ਹੈਗਾ। ਕੋਈ ਵੀ ਪਛਾਣ ਨਹੀਂ ਸਕਦਾ ਉਹਨੂੰ, ਔਰ ਸਾਰਿਆਂ ਦੇ ਵਿੱਚ ਸਮਾਇਆ ਵੀ ਹੈਗਾ। ਸਾਰਿਆਂ ਦੇ ਵਿੱਚ ਨਿਵਾਸ ਵੀ ਕਰ ਰਿਹਾ ਹੈ, ਸਾਰਿਆਂ ਦੇ ਵਿੱਚ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ, ਔਰ ਸਾਰਿਆਂ ਤੋਂ ਅਲੇਪ ਵੀ ਹੈਗਾ। ਦੇਖੋ ਕਿਆ ਪੋਇਟਰੀ ਹੈਗੀ। ਸਰਬ ਨਿਵਾਸੀ ਸਦਾ ਅਲੇਪਾ, ਹਮੇਸ਼ਾ ਹੀ ਅਲੇਪ ਹੈ। ਮਾਲਕ ਨੂੰ ਥੋੜ੍ਹੀ ਨਾ ਕੋਈ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿੱਚ ਆਪਣੇ ਮਾਲਕ ਹੈਗਾ ਅਤੇ ਉਹਨੂੰ ਉਹ ਇਹਦੇ ਵਿੱਚ ਗਲਤਾਨ ਹੋ ਜਾਂਦਾ ਨਾ। ਸਰਬ ਨਿਵਾਸੀ ਸਦਾ ਅਲੇਪਾ, ਸਭ में रहा समायो। ਉਹ ਮਾਲਕ ਗੇਮ ਦੇਖ ਰਿਹਾ ਹੈ, ਬਸ ਉਹ ਖੇਡ ਦੇ ਵਿੱਚ ਹੈ। ਖੇਡ ਪਾਤੀ ਉਹਨੇ, ਆਟੋ ਪਾਇਲਟ 'ਤੇ ਲਾਤੀ ਹੈ। ਸਾਰੀ ਜਿਹੜੀ ਕੁਦਰਤ ਜਿਹੜੀ ਹੈਗੀ, ਧਰਤੀ ਸਾਰੀ ਉਹਨੇ ਦੇਈ ਜਾਣਾ ਜਦ ਤੱਕ ਮਾਲਕ ਨੇ ਦੁਨੀਆ ਹੈਗੀ, ਉਹਨੇ ਕੰਪਲੀਟ ਪ੍ਰੋਸੈਸ ਕਰ ਦਿੱਤੀ ਉਹਦੀ ਜਿਹੜੀ ਹੈਗੀ, ਉਹਦਾ ਈਕੋ ਸਿਸਟਮ ਬਣਾ ਦਿੱਤਾ ਸਾਰਾ। ਜੋ ਪਾਉਣਾ ਇੱਕੋ ਵਾਰੀ ਪਾ ਦਿੱਤਾ ਇਹਦੇ ਵਿੱਚ। ਇੰਨਾ ਤਾਂ ਦੱਸਤਾ ਮਹਾਰਾਜ ਨੇ। ਹੁਣ ਦੇਖ ਲਓ ਭਾਈ, ਇਸ ਤੋਂ ਅੱਗੇ ਹੁਣ ਜਿਹੜਾ ਹੈਗਾ ਗੁਰੂ ਨੇ ਕਹਿ ਤਾ ਭਾਈ ਦੇਖ, ਹੁਣ ਜਿਹੜਾ ਤੈਨੂੰ ਦੱਸ ਦਿੱਤਾ, ਤੇਰੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਤੇਰੇ ਅੰਦਰ ਹੈ। ਆਪਣੇ ਅੰਦਰ ਵੜਨਾ ਪੈਣਾ ਹੈ। ਵੜਨਾ ਕੀ ਹੈ? ਕਹਿੰਦੇ ਉਹਨੂੰ ਸਿਰਫ ਜਿਹੜਾ ਹੈਗਾ ਉਹਨੂੰ ਮਾਲਕ ਨੂੰ ਸਮਰਨ ਕਰਨਾ ਪੈਣਾ ਹੈ। ਮਾਲਕ ਨੂੰ ਸਮਰਨ ਕਰਨਾ ਪੈਣਾ ਹੈ। ਬਸ ਵੀ ਤੂੰ ਮਾਲਕ ਦੇ ਅੰਦਰ ਹੀ ਹੈਗਾ ਹੈ, ਤੂੰ ਮਾਲਕ ਹੀ ਹੈਗਾ ਹੈ। ਬਸ ਇਹ ਗੱਲ ਤੈਨੂੰ ਚੇਤੇ ਕਰਨੀ ਪੈਣੀ ਹੈ। ਔਰ ਜਾਣਾ ਕਿੱਥੇ ਹੈ? ਭਗਤੀ ਕਿਹੜੀ ਕਰਨੀ ਹੈ? ਕਿਹੜੇ ਪਾਸੇ ਨੂੰ ਆਪਾਂ ਨੇ ਗੱਡੀ ਲੈ ਕੇ ਜਾਣੀ ਹੈ? ਬਸ ਉਹ ਮਾਲਕ ਨਾਲ ਆ, ਉਹਦੇ ਨਾਲ ਬੈਠਣਾ ਜਾ ਕੇ। ਆਪਾਂ ਬਸ ਆਪਣਾ ਰੂਪ ਪਛਾਣ ਲਿਆ, ਬੈਠ ਜਾਓ, ਫਿਰ ਮਾਲਕ ਆਪੇ ਮਿਹਰ ਕਰ ਦੇਗਾ। ਮਾਲਕ ਨੂੰ ਪਤਾ ਲੱਗਣਾ ਚਾਹੀਦਾ ਹੈ, ਮਾਲਕ ਨੂੰ ਬਈ ਇਹ ਬੰਦਾ ਜਿਹੜਾ ਹੈਗਾ ਇਹਨੇ ਸਾਰੀ ਗੇਮ ਮੇਰੀ ਬੁੱਝ ਲਈ ਹੈ। ਇਹ ਜਿਹੜਾ ਰਸਾਂ ਕਸਾਂ ਤੋਂ, ਇਹ ਸਵਾਦਾਂ ਤੋਂ ਉੱਪਰ ਉੱਠ ਗਿਆ। ਇਹੀ ਭਗਤੀ ਹੈਗੀ। ਬਹੁਤ ਸੌਖਾ ਹੈ, ਬਹੁਤ ਸੌਖੀ ਖੇਡ ਹੈ ਜੀ, ਬਹੁਤ ਸੌਖਾ ਹੈਗਾ। ਹੁਣ ਕਿੰਨੀ ਦੇਰ ਤੱਕ ਆਪਾਂ ਵਾਹਿਗੁਰੂ ਵਾਹਿਗੁਰੂ ਅੱਲਾਹ ਅੱਲਾਹ ਹਰੀ ਓਮ ਕਰੀ ਜਾਵਾਂਗੇ? ਬਸ ਜਦ ਆਪਣੇ ਵਿਚਾਰ ਕੱਢ ਕੇ ਵਿਚਾਰ ਘਟਾਉਣੇ ਆ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬੈਠ ਜਾਣਾ। ਬੈਠਾਂਗੇ, ਸ਼ੋਰ ਬੰਦ ਹੋ ਗਿਆ ਅਤੇ ਅੰਦਰੋਂ ਜਿਹੜੀ ਧੁਨ ਉੱਠ ਜਾਏਗੀ, ਅਨਹਦ ਸ਼ਬਦ ਚੱਲ ਪੈਣਗੇ। ਤੂਰੇ ਵਾਜੇ ਅਨਹਦ ਤੂਰੇ ਵੱਜਣ ਲੱਗ ਜਾਣਗੇ। ਇਕੱਠੇ ਟਰੰਪੇਟ ਸਾਰੇ ਕੋਈ ਵਜਾ ਦੇ ਤੇ ਬਸ ਜੁੜ ਲਓ ਉਹਦੇ ਨਾਲ। ਉਹ ਗੁਰੂ ਹੈ, ਉਹ ਸ਼ਬਦ ਗੁਰੂ ਹੈ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਆਇਆ ਸ਼ਬਦ ਸੁਰਤ ਦੀ ਖੇਡ।
ਪ੍ਰੈਕਟੀਕਲ ਕਰੋ ਭਾਈ, ਪ੍ਰੈਕਟੀਕਲ ਕਰੀਏ ਆਪਾਂ ਪ੍ਰੈਕਟੀਕਲ ਕਰੀਏ। ਭਗਤੀ ਜਿਹੜੀ ਹੈਗੀ ਇਹ ਖਾਲੀ ਗਿਆਨ ਲੈਣਾ ਥੋੜੀ ਨਾ ਭਗਤੀ ਹੈਗੀ ਵੀ ਆ ਸ਼ਬਦ ਪੜ੍ਹ ਲਏ ਜੀ, ਬਾਣੀ ਪੜ੍ਹ ਲਈ, ਨਿਤਨੇਮ ਕਰ ਲਿਆ, ਅਰਥ ਕਰ ਲਏ ਬਾਣੀ ਦੇ, ਨਹਾ ਲਏ, ਧੋ ਲਏ, ਮੱਥਾ ਟੇਕ ਲਿਆ, ਇੱਧਰ ਚਲੇ ਗਏ, ਉੱਧਰ ਚਲੇ ਗਏ। ਇਹ ਥੋੜੀ ਨਾ ਭਾਈ, ਇਹ ਤਾਂ ਲੱਭ ਰਹੇ ਹਾਂ ਆਪਾਂ, ਭਗਤੀ ਨੂੰ ਲੱਭ ਰਹੇ ਹਾਂ ਹਾਲੇ। ਆ ਜਿਹੜਾ ਹੁਣ ਆਪਾਂ ਕੀ ਕਰ ਰਹੇ ਹਾਂ, ਅਸੀਂ ਯਾਰ ਕਥਾ ਕਰ ਰਹੇ, ਵਿਚਾਰ ਕਰ ਰਹੇ ਹਾਂ ਆਪਾਂ ਰਲ ਕੇ, ਲੱਭ ਰਹੇ ਵੀ ਭਗਤੀ ਹੈ ਕੀ, ਕਰਨਾ ਕੀ ਹੈਗਾ ਮੈਨੂੰ। ਸੋਰਠ ਮਹੱਲਾ ਪੰਜਵਾਂ। ਝਾਂਕੈ ਸਿਮਰਣੇ ਹੋਏ ਆਨੰਦਾ, ਬਿਨ ਸੈ ਜਨਮ ਮਰਨ ਭੈ ਦੁਖੀ। ਕਹਿੰਦੇ ਦੇਖ ਲਾ ਪਿਆਰਿਆ, ਉਹਨੂੰ ਮਾਲਕ ਨੂੰ ਸਮਰਨ ਕਰ ਲਿਆ ਨਾ ਤੇ ਤੇਰੇ ਅੰਦਰ ਖੁਸ਼ੀ ਆਉਣੀ ਸ਼ੁਰੂ ਹੋ ਜਾਏਗੀ। ਬਸ ਆਪਾਂ ਮਾਲਕ ਨੂੰ, ਆਪਣੇ ਆਪ ਦੇ ਨਾਲ ਬੈਠ ਗਏ ਤੇ ਲਾਜ਼ਮੀ ਆ ਖੁਸ਼ੀ ਆਉਣੀ, ਲਾਜ਼ਮੀ ਆ, ਕੋਈ ਰੋਕ ਨਹੀਂ ਸਕਦਾ। ਉਸੇ ਟਾਈਮ, ਉਸੇ ਛਣ ਤੋਂ ਖੁਸ਼ੀ ਆਉਣੀ ਚਾਹੀਦੀ ਹੈ ਜੇ ਆਪਾਂ ਆਪਣੇ ਅੰਦਰ ਬੈਠ ਗਏ, ਆਪਣੇ ਨਾਲ ਬੈਠ ਗਏ। ਮਹਾਰਾਜ ਜੀ ਮੈਨੂੰ ਤਾਂ ਆ ਨਹੀਂ ਰਹੀ, ਮੈਂ ਤਾਂ ਬੈਠਦਾ ਹਾਂ, ਮੇਰੇ ਤਾਂ ਆ ਨਹੀਂ ਰਹੀ। ਤੂੰ ਨਹੀਂ ਬੈਠਦਾ ਮਿੱਤਰਾ, ਤੂੰ ਨਹੀਂ ਬੈਠਦਾ। ਤੇਰੇ ਵਿਚਾਰ ਜਿਹੜੇ ਹੈਗੇ ਤੇਰੇ ਨਾਲ ਚੱਲ ਰਹੇ ਆ। ਇਹ ਵਿਚਾਰਾਂ ਨੂੰ ਛੱਡ। ਇਹ ਵਿਚਾਰਾਂ ਦਾ ਜਾਲਾ ਜਿਹੜਾ ਹੈਗਾ, ਇਹ ਵਿਚਾਰਾਂ ਦੀ ਹਲਚਲ ਜਿਹੜੀ ਹੈ, ਇਹ ਜਿਹੜਾ ਤੂਫਾਨ ਵਿਚਾਰਾਂ ਦਾ ਤੇਰੇ ਅੰਦਰ ਆਇਆ ਹੋਇਆ ਆ, ਇਹ ਹਨੇਰੀ, ਇਹ ਧੁੰਦ, ਇਹਨੂੰ ਸ਼ਾਂਤ ਕਰ, ਵਿਚਾਰ ਬੰਦ ਕਰ। ਵਿਚਾਰਾਂ ਦੇ ਉੱਤੇ ਧਿਆਨ ਦੇ, ਵਿਚਾਰਾਂ ਨੂੰ ਨਾ ਫੜ। ਦੇਖ ਫਿਰ ਆਈ ਖੁਸ਼ੀ ਉਸੇ ਵੇਲੇ ਸ਼ੁਰੂ ਹੋ ਜਾਏਗੀ। ਆ ਭਗਤੀ ਹੈਗੀ ਪਿਆਰਿਓ, ਭਗਤੀ ਆ ਹੈਗੀ ਆ। ਜਾਂ ਕੇ ਸਿਮਰਨੇ ਹੋਏ ਆਨੰਦਾ, ਬਿਨ ਸੈ ਜਨਮ ਮਰਨ ਭੈ ਦੁਖੀ। ਇਹ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ, ਉਹ ਡਰ ਜਿਹੜਾ ਹੈਗਾ, ਦੁੱਖ ਜਿਹੜਾ ਹੈਗਾ, ਉਸੇ ਵੇਲੇ ਖੁਸ਼ੀ 'ਚ ਕਨਵਰਟ ਹੋ ਜਾਏਗਾ। ਔਰ ਇਹਦੇ ਵਾਸਤੇ ਜਿਹੜਾ ਹੈਗਾ, ਅਗਲੀ ਤੁਕ ਵੀ ਪੜ੍ਹ ਲਈਏ। ਚਾਰ ਪਦਾਰਥ ਨੌ ਨਿਤ ਪਾਵੈ, ਬਹੁਰ ਨਾ ਤ੍ਰਿਸ਼ਨਾ ਭੁਖੀ। ਕਹਿੰਦੇ ਕਮਲਿਆਂ ਵਾਂਗੂ ਤੂੰ ਜਿਹੜਾ ਹੈਗਾ ਇਹ ਪਦਾਰਥਾਂ ਦੇ ਪਿੱਛੇ, ਸਵਾਦਾਂ ਦੇ ਪਿੱਛੇ, ਮਾਇਆ ਦੇ ਪਿੱਛੇ, ਸੰਸਾਰ ਦੇ ਪਿੱਛੇ ਜਿਹੜਾ ਪਿਆ ਕਮਲਿਆਂ ਵਾਂਗੂ ਪਿਆ ਰਹਿਣਾ। ਉਹ ਮਿੱਤਰਾ ਜੇ ਕਿਤੇ ਤੂੰ ਸਿਮਰਨ ਕਰ ਲੈ, ਜੇ ਸਮਰਨ ਕਰ ਲੈ, ਜੇ ਆਪਣੇ ਨਾਲ ਬੈਠ ਜਾਏ, ਜੇ ਆਪਣੇ ਵਿਚਾਰ ਬੰਦ ਕਰ ਲੈ, ਤੇ ਜਨਮ ਮਰਨ ਦਾ ਤੇਰਾ ਗੇੜਾ ਵੀ ਖਤਮ ਹੋ ਜਾਊਗਾ। ਔਰ ਚਾਰ ਪਦਾਰਥ ਨੌ ਨਿਧ ਪਾਵੈ, ਬਹੁਰ ਨਾ ਤ੍ਰਿਸ਼ਨਾ ਭੁਖੀ। ਆ ਦੇਖੋ ਮਹਾਰਾਜ ਕਹਿ ਰਹੇ ਪਾ ਲਏਗਾ। ਸਾਰਾ ਕੁਛ ਦੁਨੀਆ ਦਾ ਮਾਲਕ ਦਾ ਹੈਗਾ। ਉਹ ਮਾਲਕ ਆ ਗਿਆ, ਉਹ ਬਾਦਸ਼ਾਹ ਆਪਣੇ ਅੰਦਰ ਪ੍ਰਗਟ ਹੋ ਗਿਆ, ਤੇ ਕਿਸੇ ਚੀਜ਼ ਦੀ ਕਿਸੇ ਪਾਸਿਓਂ ਕਮੀ ਹੈਗੀ? ਉਹ ਬਾਦਸ਼ਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਜਿਨ੍ਹਾਂ ਦੇ ਪਿੱਛੇ ਅਸੀਂ ਕਮਲੇ ਹੋ ਰਹੇ ਹਾਂ। ਉਹ ਬਾਦਸ਼ਾਹ ਹੀ ਆ ਗਿਆ ਆਪਣੇ ਅੰਦਰ, ਆਪਾਂ ਬਾਦਸ਼ਾਹ ਹੀ ਬਣ ਗਏ। ਚਾਰ ਪਦਾਰਥ ਨੌ ਨਿਤ ਪਾਵੈ, ਬਹੁਰ ਨਾ ਤ੍ਰਿਸ਼ਨਾ ਭੁਖੀ। ਫਿਰ ਤ੍ਰਿਸ਼ਨਾ ਕਾਹਦੀ ਰਹਿ ਗਈ? ਫਿਰ ਕਾਹਦੀ ਭੁੱਖ ਰਹਿ ਗਈ ਭਾਈ? ਜੇ ਉਹ ਮਾਲਕ ਨੂੰ ਅੰਦਰ ਮਾਲਕ ਪ੍ਰਗਟ ਹੋ ਗਿਆ ਤੇ ਆਪਣੇ ਅੰਦਰ ਫਿਰ ਵੀ ਭੁੱਖ ਹੈਗੀ, ਤੇ ਫਿਰ ਤਾਂ ਮਾਲਕ ਥੋੜੀ ਨਾ ਹੋਇਆ ਉਹ। ਅੱਛਾ, ਇੱਥੇ ਥੋੜਾ ਜਿਹਾ ਹੈ, ਜਾਖੋ ਨਾਮ ਲੈਤ ਤੂੰ ਸੁਖੀ। ਨਾਮ ਲੈਣਾ ਕੀ ਆ? ਉਹਨੂੰ ਯਾਦ ਕਰਨਾ, ਆਪਣੇ ਆਪ ਨੂੰ ਯਾਦ ਕਰਨਾ। ਜਾਕੋ ਨਾਮ ਲੈਤ ਤੂੰ ਸੁਖੀ, ਸਾਸ ਸਾਸ ਧਿਆਵੋ ਠਾਕੁਰ ਕੋ, ਮਨ ਤਨ ਜੀਰੈ ਮੁਖੀ। ਹਰੇਕ ਸਾਹ ਦੇ ਨਾਲ ਸਾਈ ਮਿਲੇ ਆਪਣੇ ਕੋਲ, ਇਹੀ ਤਾਂ ਹੈ ਪਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧਾ ਨੇ ਪੁੱਛਿਆ ਸੀਗਾ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਨੇ ਦੱਸਿਆ ਮੇਰੇ ਕੋਲ ਤਾਂ ਮੂਲ ਧਨ ਪਿਆਰਿਆ, ਮੂਲ ਧਨ ਮੇਰੇ ਕੋਲ ਤਾਂ ਸਵਾਸ ਹੀ ਹੈਗੇ, ਪਵਨ ਹੀ ਹੈਗੀ ਮੇਰੇ ਕੋਲ ਤਾਂ ਆਹੀ ਹੈ ਜੋ ਮਾਲਕ ਨੇ ਦਿੱਤਾ, ਸਰੀਰ ਦਿੱਤਾ, ਐਨਰਜੀ ਦਿੱਤੀ ਹੋਈ ਹੈ। ਹਰੇਕ ਸਾਹ ਦੇ ਨਾਲ ਕਹਿੰਦੇ ਯੂਜ਼ ਕਰੋ, ਇਹਨਾਂ ਨੂੰ ਯੂਜ਼ ਕਰੋ, ਧਿਆਨ ਦੇ ਵਿੱਚ ਜਾਓ, ਧਿਆਨ ਦੇ ਵਿੱਚ ਜਾਓ। ਸਾਸ ਸਾਸ ਧਿਆਵੋ ਠਾਕੁਰ ਕੋ, ਉਸ ਮਾਲਕ ਪਰਮਾਤਮਾ ਨੂੰ ਧਿਆਉਣਾ ਕੀ ਹੈ? ਯਾਦ ਕਰਨਾ, ਬੈਠਣਾ ਉਹਦੇ ਨਾਲ, ਇਹ ਧਿਆਉਣਾ ਹੈਗਾ ਭਾਈ। ਧਿਆਨ ਕੀ ਹੈ? ਬਸ ਜਿੱਧਰ ਆਪਣਾ ਧਿਆਨ ਹੈ ਆਪਾਂ ਉੱਥੇ ਹੀ, ਜੇ ਮਾਲਕ ਦਾ ਧਿਆਨ ਹੈ ਤੇ ਉੱਥੇ ਬੈਠ ਗਏ, ਮਾਲਕ ਦੇ ਨਾਲ ਜੁੜ ਗਏ ਆਪਾਂ।
ਕਹਿੰਦੇ ਨਾ ਤੇਰਾ ਧਿਆਨ ਕਿੱਥੇ ਹੈ ਭਾਈ, ਉਹ ਸੁਣਦਾ ਹੀ ਨਹੀਂ ਹੈ, ਬੈਠਾ ਹੈ ਖੇਡੀ ਜਾ ਰਿਹਾ ਬੱਚਾ, ਉਹ ਤੇਰਾ ਧਿਆਨ ਕਿੱਥੇ ਆ, ਜਦ ਜ਼ੋਰ ਦੀ ਬੋਲਦਾ ਪਿਓ, ਫਿਰ ਕਹਿੰਦਾ ਕੀ ਗੱਲ ਪਾਪਾ, ਆ ਤਾਂ ਧਿਆਨ ਹੈਗਾ। ਸਾਸ ਸਾਸ ਧਿਆਵੋ ਠਾकुर को, ਮਨ ਤਨ ਜੀਰੇ ਮੁਖੀ। ਮਨ ਔਰ ਤਨ ਜੀਰੇ, ਸਾਰਾ ਕੁਛ ਲੱਗ ਜਾਂਦਾ ਇਨਸਾਨ ਦਾ। ਜਦ ਜਿਸ ਚੀਜ਼ 'ਚ ਖੁੱਭ ਗਿਆ ਇਨਸਾਨ, ਜਿੱਥੇ ਧਿਆਨ ਆ ਉਹਦਾ, ਸਾਰਾ ਮਨ ਵੀ ਤਨ ਵੀ ਤੇ ਜੀਰ, ਸਾਰਾ ਮੁੱਖ ਸਭ ਕੁਛ ਉੱਥੇ ਲੱਗ ਗਿਆ ਉਹਦਾ। ਆਹ ਚੀਜ਼ ਚਾਹੁੰਦਾ ਹੈ ਮਾਲਕ ਪਰਮਾਤਮਾ। ਭਗਤੀ ਕਰਨੀ ਹੈ ਤੇ ਇਸ ਤਰੀਕੇ ਦੇ ਨਾਲ ਕਰਨੀ ਹੈ। ਔਰ ਇਹਦੇ ਵਾਸਤੇ ਦੇਖੋ, ਕੱਲ੍ਹ ਜਿਹੜੇ ਹੈਗੇ ਆ ਨਾ, ਇਹ ਮਿਸਿਸ ਜਿਹੜੇ ਹੈਗੇ ਉਹ ਦਿਨੇ ਸੌਂ ਲੈ ਜ਼ਿਆਦਾ, ਅਤੇ ਰਾਤ ਨੂੰ ਜਿਹੜੇ ਹੈਗੇ ਫਿਰ ਉਹ ਜਾਗਦੇ ਰਹਿੰਦੇ ਆ। ਕਹਿੰਦੇ ਰਾਤ ਫਿਰ ਮੈਨੂੰ ਪਹਿਲਾਂ 2 ਘੰਟੇ ਨੀਂਦ ਆਈ। ਅਤੇ ਮੈਂ ਕਿਹਾ ਭਾਈ ਨੀਂਦ ਤਾਂ ਓਨੀ ਜਿੰਨੀ ਮਾਲਕ ਨੇ ਦਿੱਤੀ ਆ, 7-8 ਘੰਟੇ ਜਿੰਨੀ ਵੀ ਹੈਗੀ ਜਿਸ ਇਨਸਾਨ ਦੀ ਨੀਂਦ, ਮੈਂ ਕਿਹਾ ਉਹ ਤਾਂ ਓਨੀ ਆਊਗੀ, ਬਾਅਦ ਥੋੜ੍ਹੀ ਨਾ ਆਏਗੀ ਨੀਂਦ। ਅਤੇ ਮੇਰੇ ਮਨ ਦੇ ਵਿੱਚ ਇੱਕ ਕੁਐਸਚਨ ਆ ਗਿਆ ਉਸ ਵੇਲੇ ਕਿ ਮੈਂ ਕਿਹਾ ਬਈ ਇਹ ਮਾਲਕਾ ਜਿਹੜਾ ਹੈਗਾ, ਇਹ 24 ਘੰਟੇ ਦੇ ਵਿੱਚ ਜਿਹੜੇ ਹੈ, ਇਹ 7-8 ਘੰਟੇ ਜਿਹੜੇ ਨੀਂਦ ਦੇ ਹੈਗੇ, ਇਹ ਤਾਂ ਵੇਸਟ ਹੋ ਜਾਂਦੇ ਆ ਸਾਡੇ, ਸੋ ਜਾਂਦੇ ਹਾਂ ਅਸੀਂ। ਅਤੇ ਤੂੰ ਤਾਂ ਐਸਾ ਵੀ ਸਿਸਟਮ ਬਣਾ ਸਕਦਾ ਸੀ, ਇਨਸਾਨ ਐਸਾ ਵੀ ਬਣਾ ਸਕਦਾ ਸੀ ਕਿ ਇਹ 8 ਘੰਟੇ ਜਿਹੜਾ ਸੌਂਦਾ ਹੈ ਨਾ ਹੀ ਸੌਏ, ਇਹ ਰਿਕਿਊਪ ਆਪੇ ਹੀ ਹੋ ਜਾਏ। ਰਿਕਿਊਪ ਲੋੜ ਹੀ ਨਾ ਹੋਏ ਜਿਹੜਾ ਹੈਗਾ ਤਰੋਤਾਜ਼ਾ ਹੋਣ ਦੀ, ਆਪਣੇ ਆਪ ਹੀ ਰਿਕੂਪਮੈਂਟ ਆ ਜਾਏ। ਫਿਰ ਇਹ 8 ਘੰਟੇ ਜਿਹੜੇ ਹੈਗੇ ਸੌਣ ਦਾ ਜਿਹੜਾ ਇਹ ਸਮਾਂ ਜਿਹੜਾ ਹੈਗਾ, ਇਹ ਕਟੌਤੀ ਕਿਉਂ ਕੀਤੀ ਆ, ਇਹ ਸੌਣ ਦੇ ਵਿੱਚ ਕਿਉਂ ਲੰਘਾ ਦੇਣਾ ਤੂੰ ਸਾਡਾ ਸਮਾਂ। ਇਹ ਬਸ ਆਹ ਕੁਐਸਚਨ ਆਇਆ ਅਤੇ ਇਸ 'ਤੇ ਵਿਚਾਰ ਕਰਨ ਲੱਗ ਪਿਆ। ਔਰ ਮਾਲਕ ਵੱਲੋਂ ਦੇਖ ਲਓ ਫਿਰ ਵਿਚਾਰ ਦੇ ਨਾਲ ਕੀ ਮਿਲਿਆ। 24 ਘੰਟੇ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਦੇਖ ਲਓ, ਇੱਕ 24 ਘੰਟੇ ਸਮਝ ਲਓ ਕਿ ਇੱਕ ਜਨਮ ਹੈਗਾ ਆਪਣਾ। ਜੇ 24 ਘੰਟੇ, ਜੇ ਹੁਣ ਮੰਨ ਲਓ ਮਾਲਕ ਜਿਹੜਾ ਹੈਗਾ, ਜੇ ਆਪਾਂ ਨੂੰ ਮੰਨ ਲਓ ਉਹਨੇ ਨੀਂਦ ਹਟਾ ਦਿੱਤੀ, ਨੀਂਦ ਖਤਮ ਹੋ ਗਈ, ਨੀਂਦ ਦੀ ਲੋੜ ਹੀ ਨਹੀਂ ਇਨਸਾਨ ਨੂੰ, ਅਤੇ ਹੁਣ 24 ਘੰਟੇ ਇਨਸਾਨ ਨੇ ਜਿਹੜਾ ਮਾਇਆ ਦੇ ਵਿੱਚ ਗਲਤਾਨ ਰਹਿਣਾ ਸੀਗਾ। 24 ਘੰਟੇ ਆਪਾਂ ਨੇ 24 ਘੰਟੇ ਕੰਮ ਕਰੀ ਜਾਣਾ ਸੀ, ਜਿੱਥੇ ਹੈਗੇ ਜੋ ਸਵਾਦ ਲੈ ਰਹੇ, ਜਿਸ ਪਾਸੇ ਨੂੰ ਜਾ ਰਹੇ, ਜੋ ਕੁਛ ਕਰ ਰਹੇ, 24 ਘੰਟੇ ਜਾਣਾ ਸੀ ਆਪਾਂ ਨੂੰ। ਫਿਰ ਤਾਂ ਜਿਹੜਾ ਹੈਗਾ, ਫਿਰ ਤਾਂ ਗੇਮ ਦਾ ਮਕਸਦ ਹੀ ਨਹੀਂ ਰਹਿਣਾ ਸੀਗਾ। ਇਸ ਤੋਂ ਬਾਅਦ ਜਿਹੜਾ ਹੈਗਾ, ਔਰ ਮਾਲਕ ਕਹਿੰਦਾ ਤੂੰ ਇੰਨਾ ਜ਼ਿਆਦਾ ਤਾਣਾ ਜਿਹੜਾ ਵਿਚਾਰਾਂ ਦਾ ਜਾਲ ਪੂਰੇ ਦਿਨ ਦੇ ਵਿੱਚ ਬੁਣ ਲੈਣਾ ਹੈ ਨਾ, ਇੰਨਾ ਜ਼ਿਆਦਾ ਉਲਝ ਜਾਣਾ ਹੈ ਔਰ ਪੂਰਾ ਗਲਤਾਨ ਹੋ ਜਾਣਾ ਹੈ, ਫਿਰ ਮੈਂ ਤੈਨੂੰ ਨੀਂਦ ਦੇ ਦੇਣਾ ਹੈ। ਔਰ ਨੀਂਦ ਦੇ ਵਿੱਚ ਫਿਰ ਮੈਂ ਤੈਨੂੰ ਸਾਰਾ ਜੋ ਵੀ ਤੂੰ ਫਾਈਲਾਂ ਖੋਲ੍ਹੀਆਂ ਆ, ਜਿਹੜੀ ਵਿੰਡੋਜ਼ ਖੋਲ੍ਹੀਆਂ ਹੋਈਆਂ ਤੂੰ ਆਪਣੇ ਮੋਬਾਈਲ 'ਤੇ, ਜੀਵਨ ਦੇ ਮੋਬਾਈਲ ਦੇ ਉੱਤੇ, ਕਹਿੰਦੇ ਉਹ ਸਾਰੀਆਂ ਵਿੰਡੋ ਮੈਂ ਬੰਦ ਕਰਾ ਦਿੰਦਾ, ਸਾਰੀਆਂ ਬੰਦ ਹੋ ਜਾਂਦੀਆਂ। ਦੂਸਰੇ ਦਿਨ ਫਿਰ ਜਿਹੜਾ ਹੈਗਾ ਨਵਾਂ, ਫਿਰ ਤੈਨੂੰ ਜਿਹੜਾ ਹੈ ਨਵੇਂ ਸਿਰੇ ਤੋਂ ਫਿਰ ਸ਼ੁਰੂ ਹੋ ਜਾਣਾ, ਫਿਰ ਤੂੰ ਨਵੇਂ ਸਿਰੇ ਤੋਂ ਫਿਰ ਵਿੰਡੋ ਖੋਲ੍ਹ ਲੈਣਾ। ਉਹੀ ਕੁਛ ਕਰੀ ਜਾ ਰਿਹਾ ਤੂੰ। ਰੋਜ਼ ਮੈਂ ਤੈਨੂੰ ਚਾਂਸ ਦਿੰਦਾ ਹੈ ਨਵੇਂ ਸਿਰੇ ਤੋਂ। ਇਹ ਤੇਰਾ ਇਹੀ ਕੁਛ, ਤੇਰੇ ਆਹ ਮਨੁੱਖੀ ਜੂਨ ਖਤਮ ਹੋਏਗੀ ਅਤੇ ਇਹੀ ਕੁਛ ਫਿਰ ਤੇਰੇ ਨਾਲ ਹੋਣਾ ਹੈ। ਫਿਰ ਤੈਨੂੰ ਜਨਮ ਮਿਲਣੇ ਆ ਭਾਈ। ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਭੋਗੀ ਜੂਨਾਂ ਦੇ ਵਿੱਚ ਜਾਏਗਾ। ਉਹ ਤੈਨੂੰ ਹੁਣੇ ਹੀ ਜਿਹੜਾ ਹੈਗਾ, ਹੁਣ ਦੇ ਹੁਣ ਤੈਨੂੰ ਜਿਹੜਾ ਹੈਗਾ, ਇਹ ਮੈਂ ਤੈਨੂੰ ਰੋਜ਼ ਜਿਹੜਾ ਹੈਗਾ ਚੇਤਾ ਕਰਾਉਣਾ ਹੈ। ਰੋਜ਼, ਹਰ ਰੋਜ਼ ਜਿਹੜਾ ਹੈਗਾ ਮਾਲਕ ਪਰਮਾਤਮਾ ਆਪਾਂ ਨੂੰ ਨਵਾਂ ਜਨਮ ਦਿੰਦਾ ਹੈ। ਰੋਜ਼, ਹਰ ਰੋਜ਼ ਆਇਆ ਭਾਈ। ਇਸ ਵਾਸਤੇ ਜਿਹੜਾ ਹੈਗਾ ਉਹ ਨੀਂਦ ਵਾਲਾ ਸਿਸਟਮ ਮਾਲਕ ਨੇ ਲਾਇਆ ਹੋਇਆ ਹੈ। ਭਾਜੀ ਬਹੁਤ ਟਰੂ ਆ ਕਿ ਜੇ 24 ਘੰਟੇ ਹੀ ਬੰਦੇ ਨੂੰ ਮਾਇਆ ਦੇ ਵਿੱਚ ਵਿਅਸਤ ਰਹਿੰਦਾ ਤਾਂ ਬੰਦੇ ਨੇ ਸੌਣਾ ਹੀ ਨਹੀਂ ਸੀ ਕਦੀ ਵੀ। ਬਸ ਬਿਲਕੁਲ, ਸੌਣਾ ਤਾਂ ਛੱਡੋ, ਸੌਣਾ ਤਾਂ ਸੀਗਾ ਹੀ ਨਹੀਂ। ਸੌਣਾ ਤਾਂ ਮੈਂ ਤਾਂ, ਉਹ ਮਾਲਕ ਤਾਂ ਕਹਿੰਦਾ ਮੈਂ ਤਾਂ ਐਸਾ ਵੀ ਬਣਾ ਸਕਦਾ ਇਨਸਾਨ ਕਿ ਸੌਣ ਦੀ ਲੋੜ ਹੀ ਨਾ ਪਵੇ। ਫਿਰ ਉਹਨੇ ਨਿਕਲਣਾ ਹੀ ਨਹੀਂ ਸੀਗਾ। ਫਿਰ ਉਹਨੇ ਉਸੇ ਕੰਮ ਜਿਹੜਾ ਕਰ ਰਿਹਾ, ਉਸੇ ਕੰਮ 'ਚ, ਉਸੇ 'ਚ ਲੱਗਿਆ ਰਹਿਣਾ ਸੀ। ਆਹ ਪ੍ਰੋਬਲਮ ਹੈ। ਹਾਂ, ਸੱਚੀ ਗੱਲ ਹੈ ਜੀ। ਹਾਂ। ਔਰ ਭਾਜੀ ਜਿਹੜੀ ਸਮਝ ਲਓ ਮੌਤ, ਸਲੀਪ ਆ, ਤੁਹਾਨੂੰ ਇੱਕ ਕਿਸਮ ਦਾ ਮਤਲਬ 7-8 ਘੰਟੇ ਉਹ ਪ੍ਰਮਾਤਮਾ ਇਸ ਦੁਨੀਆ ਤੋਂ ਅਲੱਗਾ ਕਰ ਦਿੰਦਾ
ਔਰ ਤੁਸੀਂ ਸਮਝ ਲਓ ਉਸ ਦੁਨੀਆ ਦੇ ਵਿੱਚ ਚਲੇ ਜਾਂਦੇ ਆ ਜਿਸ ਦੇ ਵਿੱਚ ਇੱਥੇ ਦੀ ਦੁਨੀਆ ਨਾਲ ਕੋਈ ਲੈਣ ਦੇਣ ਹੀ ਨਹੀਂ ਹੁੰਦਾ, ਔਰ ਨਵਾਂ ਸਵੇਰਾ ਲੈ ਕੇ ਆਉਨੇ ਆ ਮਤਲਬ ਐਵਰੀਡੇ। ਬਸ ਉਹ ਸੁੱਤੇ ਹੋਏ ਕੀ ਹੁੰਦਾ ਹੈ ਭਾਈ, ਉਹ ਸੁੱਤੇ ਹੋਏ ਮਾਲਕ ਜਾਣਦਾ ਹੈ। ਆਪਾਂ ਤਾਂ ਕਲਪਨਾ ਕਰਨ ਲੱਗ ਪਏ ਹੁਣ, ਕਿਉਂਕਿ ਉਹ ਕਿਸ ਤਰੀਕੇ ਨਾਲ ਰਿਕੁਪਮੈਂਟ ਹੁੰਦੀ ਆ ਆਪਣੀ। ਉਹ ਸਿਰਫ ਜਿਹੜਾ ਹੈਗਾ ਜੋ ਚਾਹੀਦਾ ਹੈ ਆਪਾਂ ਨੂੰ ਜਾਗਦੇ ਹੋ, ਮਾਲਕ ਕਹਿੰਦਾ ਜਾਗਦੇ ਹੋਏ ਉਹ ਇਹ ਕੰਮ ਕਰਨਾ ਹੈ ਤੈਨੂੰ। ਸੁੱਤੇ ਹੋਏ ਤੂੰ ਜਿਹੜਾ ਹੈਗਾ ਮੈਂ ਤੈਨੂੰ ਰਿਕੁਪਮੈਂਟ ਦਿੰਦਾ ਹੈ, ਕਿਉਂਕਿ ਸੁੱਤੇ ਹੋਏ ਤੇਰੇ ਵਿਚਾਰ ਜਿਹੜੇ ਹੈਗੇ ਬੰਦ ਹੋ ਜਾਂਦੇ ਆ, ਔਰ ਵਿਚਾਰ ਬੰਦ ਹੁੰਦੇ ਆ ਤੇ ਤੇਰਾ ਜਿਹੜਾ ਕਾਰਨਸ਼ੀਲ ਜਿਹੜਾ ਹੈਗਾ ਪਾਸੇ ਹੋ ਜਾਂਦਾ ਹੈ, ਔਰ ਆਪਾਂ ਜਿਹੜੇ ਹੈਗੇ ਵਾਪਸ ਜਿਹੜੇ ਹੈਗੇ ਆਤਮਾ ਦੇ ਵਿੱਚ ਚਲੇ ਜਾਂਦੇ ਆ। ਔਰ ਮਾਲਕ ਨੇ ਜਿਸ ਤਰ੍ਹਾਂ ਬਣਾਇਆ ਉਹਦੇ ਨਾਲ ਕੀ ਹੁੰਦਾ ਹੈ, ਆਪਣਾ ਸਾਰਾ ਜਿਹੜਾ ਹੈ ਥਕਾਵਟ ਵਗੈਰਾ ਸਾਰੀ ਜਿਹੜੀ ਦੂਰ ਹੋ ਜਾਂਦੀ ਹੈ। ਇਹ ਮਾਲਕ ਨੇ ਜਿਹੜਾ ਐਸਾ ਸਿਸਟਮ ਐਸੀ ਰਚਨਾ ਕੀਤੀ ਇਨਸਾਨ ਦੀ, ਅਤੇ ਇਸ ਕਰਕੇ ਭਾਈ ਇਹ ਮਾਲਕ ਪਰਮਾਤਮਾ ਨੇ ਇਸ ਵਾਸਤੇ ਬਣਾਇਆ ਹੈ। ਨਹੀਂ ਤਾਂ ਇਹ ਤਾਂ ਵਰਦਾਨ ਆ। ਨੀਂਦ ਨਾ ਹੋਏ ਤਾਂ ਆਪਾਂ ਕਦੀ ਵੀ ਜਿਹੜੇ ਹੈਗੇ ਚਾਂਸ ਹੀ ਨਹੀਂ ਹੈ ਆਪਣਾ ਜਿਹੜਾ ਹੈਗਾ ਸ਼ਿਫਟ ਹੋਣ ਦਾ, ਤਾਂ ਚਾਂਸ ਹੈ ਹੀ ਨਹੀਂ। ਫਿਰ ਤਾਂ ਗੇਮ ਹੀ ਜਿਹੜੀ ਹੈਗੀ ਉਹਦੇ 'ਚ ਗੜਬੜ ਹੋ ਜਾਏਗੀ। ਇਸ ਕਰਕੇ ਨੀਂਦ ਮਾਲਕ ਪਰਮਾਤਮਾ ਨੇ ਆਪਾਂ ਨੂੰ ਰੋਜ਼ ਜਿਹੜਾ ਹੈਗਾ ਉਹ ਕਹਿੰਦਾ ਮੈਂ ਤੇਰਾ ਸਾਰਾ ਜਿੱਥੇ ਤੱਕ ਜਿੰਨਾ ਜਿਹੜਾ ਲੈਪਟਾਪ ਜੋ ਕੁਛ ਵੀ ਤੇਰਾ ਮੋਬਾਈਲ ਜਿੱਥੇ ਤੱਕ ਤੂੰ ਖੋਲ੍ਹਿਆ ਹੋਵੇ ਸਾਰੇ ਮੈਂ ਬੰਦ ਕਰ ਦੇਣਾ, ਅਤੇ ਫਿਰ ਨਵੇਂ ਸਿਰੇ ਤੋਂ ਫਿਰ ਤੂੰ ਜਿਹੜਾ ਹੈਗਾ ਫਿਰ ਆਪਾਂ ਉਹੀ ਕੁਛ ਕਰਦੇ ਹਾਂ। ਬਸ ਇਵੇਂ ਦਾ ਚੱਲੀ ਜਾ ਰਿਹਾ ਹੈ। ਭਾਜੀ ਮੈਨੂੰ ਤਾਂ ਆਪਣੇ ਆਪ ਨੂੰ ਆਪਣਾ ਪਾਗਲਪਨ ਲੱਗਦਾ ਕਿ ਇਸ ਦੁਨੀਆ ਦੀ ਕੋਈ ਵੀ ਚੀਜ਼ ਜਿਹਦੇ ਬਦਲੇ ਤੂੰ ਦਿਨ ਰਾਤ ਟੁੱਟ ਮਰਦਾ, ਉਹ ਕੋਈ ਵੀ ਚੀਜ਼ ਗਾਂਹ ਲੈ ਕੇ ਨਹੀਂ ਗਿਆ ਕੋਈ ਵੀ ਅੱਜ ਤੱਕ। ਪਰ ਤੂੰ ਕਿਉਂ ਮਤਲਬ ਇਸ ਚੀਜ਼ਾਂ ਬਦਲੇ ਆਪਣਾ ਦਿਨ ਰਾਤ ਔਰ ਵਿਚਾਰਾਂ ਦੇ ਵਿੱਚ ਖਰਾਬ ਕਰੀ ਜਾ ਰਹੀ। ਬਸ ਦੇਖ ਲਓ ਭਾਈ, ਇਹਦੇ ਵਾਸਤੇ ਤਾਂ ਵਿਚਾਰ ਕਰ ਲਓ। ਪਰ ਆਪਾਂ ਖਾਲੀ ਹੁਣ ਕਾਲੀ ਮਹਾਰਾਜ ਦੀ ਗੱਲ ਆਪਣੇ ਅੰਦਰ ਆ ਰਹੀ ਹੈ ਅਤੇ ਆਪਣੇ ਅੰਦਰ ਆ ਵਿਚਾਰ ਉੱਠ ਰਹੇ ਆ, ਪਰ 1 ਘੰਟੇ 2 ਘੰਟੇ ਬਾਅਦ ਦੇਖ ਲੈਣਾ ਵਾਪਸ ਉੱਥੇ ਹੀ ਚਲੇ ਜਾਵਾਂਗੇ ਆਪਾਂ ਵਾਪਸ। ਹਾਂ, ਵਾਪਸ ਉੱਥੇ ਚਲੇ ਜਾਵਾਂਗੇ। ਖਾਲੀ ਹਾਲੇ ਤਾਂ ਫੀਲਿੰਗ ਲੈ ਰਹੇ ਹਾਂ ਆਪਾਂ। ਜਦ ਤੱਕ ਇਹ ਧਿਆਨ ਸਿਮਰਨ, ਜਦ ਤੱਕ ਆਪਣੀ ਆਤਮਾ ਦੇ ਨਾਲ ਨਹੀਂ ਬੈਠਦੇ ਪਿਆਰਿਓ, ਗੱਲ ਨਹੀਂ ਬਣਨੀ। ਇਹ ਮਾਇਆ ਨਹੀਂ ਛੁੱਟ ਸਕਦੀ। ਮਾਲਕ ਨੇ ਰਸਤਾ ਉਹੀ ਰੱਖਿਆ ਹੈ। ਮਾਲਕ ਨੇ ਬਣਾਈ ਹੈ ਮਾਇਆ। ਬਣਾਉਣ ਵਾਲਾ ਕੌਣ ਹੈ? ਮਾਇਆ। ਚੰਬੇੜਨ ਵਾਲਾ ਕੌਣ ਹੈ? ਮਾਇਆ ਆਪਾਂ ਨੂੰ। ਉਹ ਕਹਿੰਦਾ ਮੈਂ ਐਸੀ ਮਾਇਆ ਬਣਾਈ ਹੈ ਮਜ਼ਾ, ਤੂੰ ਧਿਆਨ ਸਿਮਰਨ ਦੇ ਬਗੈਰ ਜਿਹੜਾ ਹੈਗਾ ਇਸ ਤੋਂ ਨਿਕਲ ਹੀ ਨਹੀਂ ਸਕਦਾ। ਤੂੰ ਮੇਰੇ ਕੋਲ ਆ ਕੇ ਬੈਠਣ ਦੇ ਬਗੈਰ ਇਸ ਤੋਂ ਨਹੀਂ ਨਿਕਲ ਸਕਦਾ। ਮੈਂ ਮਾਇਆ ਬਣਾਈ ਹੈ, ਮੈਂ ਹੀ ਉਹਨੂੰ ਹਟਾਊਂਗਾ। ਬਸ ਸਮਝ ਗਏ ਮੇਰੀ ਗੱਲ? ਆਹ ਗੱਲ ਸਮਝੋ ਨੁਕਤੇ ਨੂੰ। ਹੈਂ? ਹਾਂਜੀ ਭਾਜੀ। ਹਾਂ, ਬਸ ਮਾਇਆ ਬਣਾਈ ਮਾਲਕ ਨੇ ਆ ਅਤੇ ਹਟਾਉਣੀ ਵੀ ਉਸੇ ਨੇ। ਕਹਿੰਦੇ ਮੇਰੇ ਕੋਲ ਆਏਗਾ ਤਾਂ ਮੈਂ ਤੇਰੀ ਮਾਇਆ ਜਿਹੜੀ ਹੈਗੀ ਇਹ ਮਾਇਆ ਦੀਆਂ ਮੈਂ ਤਾਂ ਇਹਦੀਆਂ ਜਿਹੜੀਆਂ ਤੇਰੇ ਕੋਲੋਂ ਇਹ ਜਿਹੜੀ ਚਿੰਬੜੀ ਹੋਈ ਹੈ ਤੈਨੂੰ, ਮੈਂ ਤਾਂ ਇਹਨੂੰ ਆਪ ਹਟਾਊਂਗਾ। ਮੈਂ ਤੈਨੂੰ ਮੇਰੇ ਕੋਲ ਆ ਕੇ ਬੈਠਣਾ ਪਊਗਾ। ਬਸ ਆਹੀ ਗੇਮ ਹੈਗੀ। ਮਤਲਬ ਸ਼ਿਵ ਨੇ ਸ਼ਕਤੀ ਬਣਾਈ ਆ ਔਰ ਸ਼ਕਤੀ ਨੂੰ ਉਠਾਉਣ ਲਈ ਸ਼ਿਵ ਦੇ ਕੋਲ ਹੀ ਜਾਣਾ ਪੈਣਾ। ਹਾਂ ਬਸ ਠੀਕ ਹੈ ਜੀ। ਬਸ ਆਪਾਂ ਅੱਗੇ ਚੱਲੀਏ। ਇਹ ਨਾ ਸ਼ਾਰਟ ਸਰਕਿਟ ਹੋ ਜਾਂਦਾ, ਫਿਰ ਆਪਾਂ ਦੋਨੋਂ ਹੀ ਗੱਲਾਂ ਕਰੀ ਜਾਵਾਂਗੇ ਅਤੇ ਮਹਾਰਾਜ ਨੂੰ ਵਿੱਚ ਲੈ ਕੇ ਆਈਏ। ਜਾਕੋ ਨਾਮ ਲੈਤ ਤੂੰ ਸੁਖੀ, ਸਾਸ ਸਾਸ ਧਿਆਵੋ ਠਾਕੁਰ ਕੋ, ਮਨ ਤਨ ਜੀਰੇ ਮੁਖੀ। ਕਹਿੰਦੇ ਧਿਆਨ ਸਿਮਰਨ ਦੇ ਨਾਲ ਤੂੰ ਸੁਖੀ ਹੋ ਜਾਏਗਾ ਪਿਆਰਿਆ, ਸੁਖੀ ਹੋ ਜਾਏਗਾ। ਜਨਮ ਮਰਨ ਦਾ ਗੇੜਾ ਤੇਰਾ ਖਤਮ ਹੋ ਜਾਏਗਾ, ਤੇਰਾ ਡਰ ਖਤਮ ਹੋ ਜਾਏਗਾ। ਜਾਂ ਕੇ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਭੈ ਦੁਖੀ। 4 ਪਦਾਰਥ ਅਸ਼ਟ 4 ਪਦਾਰਥ 9 ਨਿਧ ਪਾਵੈ, ਬਹੁਰ ਨਾ ਤ੍ਰਿਸ਼ਨਾ ਭੁਖੀ। ਜਾਕੋ ਨਾਮ ਲੈਤ ਤੂੰ ਸੁਖੀ, ਸਾਥ ਸਾਥ ਧਿਆਵੋ ਠਾकुर को, मन तन जीरे मुखी रहाओ। शांत पावै होवे मन शीतल, अगन न अंतर तुखी। ਕਹਿੰਦੇ ਸ਼ਾਂਤੀ ਹੋ ਜਾਏਗੀ, ਨਹੀਂ ਤਾਂ ਤ੍ਰਿਸ਼ਨਾ ਮਾਇਆ ਫਿਰ ਅੱਗ ਸ਼ੁਰੂ ਹੋ ਜਾਂਦੀ ਹੈ। ਸਵੇਰੇ ਉੱਠਦੇ ਸਾਰ ਫਿਰ ਅੱਗ ਲੱਗ ਜਾਂਦੀ ਹੈ, ਫਿਰ ਅੰਦਰ ਖਿੱਚ ਪੈ ਜਾਂਦੀ ਹੈ। ਇਹ ਅੱਗ ਜਿਹੜੀ ਹੈ ਫਿਰ ਸਾੜਨ ਲੱਗ ਜਾਂਦੀ ਹੈ, ਔਰ ਇਹ ਅੱਗ ਚੰਗੀ ਲੱਗਦੀ ਹੈ ਆਪਾਂ ਨੂੰ। ਕਹਿੰਦੇ ਸ਼ਾਂਤੀ ਆ ਜਾਏਗੀ, ਸ਼ਾਂਤੀ ਵਰਤ ਜਾਏਗੀ ਪਿਆਰਿਆ ਜੇ ਤੂੰ ਸਮਰਨ ਕਰਨਾ ਸ਼ੁਰੂ ਕਰ ਦੇਂਗਾ, ਜੇ ਤੂੰ ਆਪਣੇ ਨਾਲ ਬੈਠਣਾ ਸ਼ੁਰੂ ਕਰ ਦੇਂਗਾ, ਸ਼ਾਂਤੀ ਆ ਜਾਏਗੀ।
ਮਨ ਠੰਡਾ ਹੋ ਜਾਏਗਾ। ਅੱਗ ਜਿਹੜੀ ਤੇਰੀ ਅੱਗ, ਇਹ ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ। ਤੇਰੇ ਅੰਦਰ ਧੁੱਖ ਰਹੀ ਆ, ਤੈਨੂੰ ਸਾੜ ਰਹੀ ਆ, ਤੇਰੀ ਉਮਰ ਸਾੜ ਰਹੀ ਹੈ, ਤੇਰੇ ਸਵਾਸ ਸਾੜ ਰਹੀ ਹੈ, ਤੇਰਾ ਧਨ ਸਾੜ ਰਹੀ ਹੈ। ਸ਼ਾਂਤ ਭਾਵੇਂ ਹੋਵੇਂ ਮਨ ਸੀਤਲ, ਅਗਨ ਨਾ ਅੰਤਰ ਧੁਖੀ। ਧੁੱਖ ਰਹੀ ਹੈ ਇਹ ਜਿਹੜੀ ਧੂੰਆਂ ਨਹੀਂ ਉੱਠਦਾ ਇਹਦੇ ਵਿੱਚੋਂ, ਐਸੀ ਆਗਿਆ ਤ੍ਰਿਸ਼ਨਾ ਦੀ। ਇਹ ਭਾਂਬੜ ਨਹੀਂ ਮੱਚਦਾ, ਪਰ ਇਹ ਸਾੜੀ ਜਾ ਰਹੀ ਹੈ ਪਾਏ। ਜਿਵੇਂ ਪਾਥੀ ਹੁੰਦੀ ਹੈ ਨਾ, ਪਾਥੀ ਕਦੀ ਕਿਸੇ ਨੇ ਪਿੰਡਾਂ ਦੇ ਵਿੱਚ ਪਾਥੀ ਬਾਲੀ ਹੋਏ ਤੇ ਪਾਥੀ ਬਿਲਕੁਲ ਸੁਆਹ ਹੋਏਗੀ, ਉੱਪਰੋਂ ਉਂਗਲੀ ਪਾ ਲਓ ਬਸ, ਜਦੇ ਹੀ ਜਾ ਕੇ ਉਹ ਅੰਦਰ ਪੂਰੇ ਭਖਦੀ ਹੁੰਦੀ ਹੈ। ਸ਼ਾਂਤ ਇਹ ਇਸ ਤਰ੍ਹਾਂ ਦੀ ਅੱਗ ਹੈਗੀ ਆ, ਗੁੱਝੀ ਅੱਗ ਹੈਗੀ ਹੈ। ਸ਼ਾਂਤ ਭਾਵੇਂ ਹੋਵੇਂ ਮਨ ਸੀਤਲ, ਅਗਨ ਨਾ ਅੰਤਰ ਧੁਖੀ। ਗੁਰ ਨਾਨਕ ਕੋ ਪ੍ਰਭੂ ਦਿਖਾਇਆ, ਜਲ ਤਲ ਤਿਰਭਵਨ ਰੁਖੀ। ਹੁਣ ਨਾਨਕ ਕੋ ਲਿਖਿਆ ਹੋਇਆ ਤੇ ਗੁਰ ਅਲੱਗ, ਗੁਰ ਵੀ ਲਿਖਿਆ ਹੋਇਆ ਹੈ ਤੇ ਪ੍ਰਭੂ ਦਿਖਾਇਆ ਲਿਖਿਆ ਹੋਇਆ ਹੈ। ਵੀ ਗੁਰੂ ਨਾਨਕ ਨੂੰ ਪ੍ਰਭੂ ਦਿਖਾਤਾ ਤੇ ਦਿਖਾਉਣ ਵਾਲਾ ਕੌਣ ਆ ਫਿਰ? ਗਾਈਡ ਕੌਣ ਆ ਫਿਰ? ਗੁਰ ਦੇ ਰਾਰੇ ਨੂੰ ਕੋਈ ਔਂਕੜ ਨਹੀਂ ਲੱਗੀ ਹੋਈ, ਪਰਟੀਕੂਲਰ ਗੁਰ ਦੀ ਗੱਲ ਹੀ ਨਹੀਂ ਕਰ ਰਹੇ। ਕਉ ਨੂੰ ਔਂਕੜ ਲੱਗੀ ਆ, ਕਉ ਵਰਡ ਨਾਨਕ ਦੇ ਨਾਲ ਆ, ਨਾਨਕ ਕੋ, ਨਾਨਕ ਨੂੰ ਪਰਟੀਕੂਲਰ ਮਹਾਰਾਜ ਕਹਿ ਰਹੇ ਆ ਕਉ ਲਗਾ ਕੇ, ਬਈ ਮੈਨੂੰ ਪੰਜਵੀਂ ਪਾਤਸ਼ਾਹੀ ਆਪਣੇ ਵਾਸਤੇ ਦੱਸ ਰਹੀ ਹੈ, ਮੈਨੂੰ ਗੁਰ ਨੇ। ਗੁਰ ਇੱਥੇ ਕੌਣ ਆ? ਬ੍ਰਹਮ ਗਿਆਨੀ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜਿਨ੍ਹਾਂ ਨੇ ਜਿਹੜਾ ਹੈਗਾ, ਜਿਹੜੇ ਬੋਥਵੇ ਕਮਿਊਨੀਕੇਸ਼ਨ ਹੋ ਗਏ, ਜਿਹੜੇ ਹਉਮੈ ਤੋਂ ਉੱਪਰ ਹਉਮੈ ਖਤਮ ਕਰ ਲਈ, ਜਿਨ੍ਹਾਂ ਨੇ ਗੇਮ ਜਿੱਤ ਲਈ ਆ। ਬਹੁਤ ਸਾਰੇ ਹੈਗੇ, ਉਹ ਇੱਕ ਥੋੜੀ ਨਾ ਹੈਗਾ, ਬਹੁਤ ਸਾਰੇ ਹੈਗੇ। ਉਹਨਾਂ ਨੇ ਨਾਨਕ ਕੋ ਕਹਿੰਦੇ ਮੈਨੂੰ ਪ੍ਰਭੂ ਦਿਖਾਇਆ, ਪ੍ਰਭੂ ਦਿਖਾ ਦਿੱਤਾ ਮੈਨੂੰ ਮੇਰੇ ਅੰਦਰ ਹੀ। ਮੈਂ ਹੀ ਪ੍ਰਭੂ ਸੀਗਾ, ਮੈਂ ਹੀ ਪ੍ਰਭੂ ਦਾ ਅੰਸ਼ ਸੀਗਾ। ਮੈਨੂੰ ਆਪਣੇ ਅੰਦਰ ਜਿਹੜਾ ਹੈਗਾ ਇਹ ਗੇਮ ਜਿਹੜੀ ਜੋ ਮਾਲਕ ਨੇ ਬੁਝਾਰਤ ਪਾਈ ਸੀ, ਜੋ ਮਾਇਆ ਪਾਈ ਸੀਗੀ, ਇਹ ਮਾਇਆ ਜਿਹੜੀ ਹਟਾ ਦਿੱਤੀ। ਔਰ ਕਿਹੜਾ ਪ੍ਰਭੂ ਦਿਖਾਇਆ? ਜਿਹੜਾ ਜਲ ਦੇ ਵਿੱਚ ਵੀ, ਥਲ ਦੇ ਵਿੱਚ ਵੀ, ਤਿੰਨਾਂ ਭਵਨਾਂ, ਧਰਤ ਪਤਾਲ ਆਕਾਸ਼ ਦੇ ਵਿੱਚ, ਰੁੱਖਾਂ ਦੇ ਵਿੱਚ, ਹਰ ਜਗ੍ਹਾ ਤੇ ਹੈਗਾ ਉਹ ਮਾਲਕ ਪਰਮਾਤਮਾ ਮੈਨੂੰ ਦਿਖਾ ਦਿੱਤਾ, ਮਿਲਾ ਦਿੱਤਾ। ਇਸ ਕਰਕੇ ਜਿਹੜਾ ਹੈ ਨਾ, ਮੈਂ ਇਹੀ ਕਹਿਣਾ ਹੁੰਦਾ ਬਾਰ-ਬਾਰ ਵੀ ਅੱਖਰ ਦੇਖ ਕੇ ਜਿਹੜਾ ਹੈਗਾ, ਬਾਣੀ ਨੂੰ ਦੇਖ ਕੇ ਜਿਹੜਾ ਹੈਗਾ ਆਪਾਂ ਵਿਚਾਰੀਏ ਤੇ ਬਹੁਤ ਜ਼ਿਆਦਾ ਰਹੱਸ ਆਉਂਦਾ ਹੈ। ਸਹੀ ਮਤਲਬ ਜਿਹੜਾ ਹੈਗਾ ਆਪਾਂ ਨੂੰ ਇਹ ਬਾਣੀ ਦੀ ਉਚਾਈ ਪਤਾ ਲੱਗਦੀ ਹੈ। ਉਚਾਈ ਤਾਂ ਕੀ ਆਪਾਂ ਲੈ ਸਕਦੇ ਹਾਂ? ਤਾਂ ਬਾਣੀ ਜਿਹੜੀ ਹੈਗੀ ਇਹ ਤਾਂ ਆਈ ਜਿੱਥੇ ਚੌਥੇ ਪਦ ਤੋਂ ਬਾਣੀ ਆ ਰਹੀ, ਆਪਾਂ ਬੈਠੇ ਹਾਂ ਤਿੰਨ ਗੁਣੀ ਮਾਇਆ ਦੇ ਵਿੱਚ। ਇਹ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਆਪਣੇ ਔਰ ਉਸ ਅਵਸਥਾ ਦੇ ਵਿੱਚ। ਸੋਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਆ ਲਓ ਦੇਖੋ ਜੀ, ਸਰਟੀਫਿਕੇਟ ਆ ਗਿਆ। ਕਿਹਨੇ ਛਡਾਉਣਾ ਹੈ ਮਾਇਆ ਤੋਂ? ਕਿਹਨੇ ਛਡਾਉਣਾ ਹੈ? ਕਿਹਨੇ ਖੋਲਣੇ ਆ ਬੰਧਨ? ਬਿਲਕੁਲ ਦੇਖ ਲਓ, ਅਗਲਾ ਸ਼ਬਦ ਸ਼ਾਦੀ ਭਰ ਰਿਹਾ ਹੈ, ਗਵਾਹੀ ਦੇ ਰਿਹਾ ਹੈ ਬਿਲਕੁਲ ਜੋ ਮਹਾਰਾਜ ਨੇ ਪਿੱਛੇ ਗਿਆਨ ਦਿੱਤਾ ਸੀਗਾ, ਬਈ ਉਸੇ ਮਾਲਕ ਨੇ ਕਰਨਾ ਹੈ ਪਾਏ। ਅੱਜ ਤੇ ਸ਼ਬਦ ਦੱਸ ਰਿਹਾ, ਜਾ ਕੇ ਤੂੰ ਕਹੇਗਾ ਮਾਲਕ ਨੂੰ, ਉੱਥੇ ਬੈਠੇਗਾ ਆਪਣੇ ਅੰਦਰ, ਆਪਣੀ ਆਤਮਾ ਦੇ ਵਿੱਚ, ਤੇ ਤਾਂ ਤੇਰੇ ਆ ਬੰਧਨ ਮਾਲਕ ਖੋਲੂਗਾ। ਔਰ ਰੋਜ਼ ਕਹਿੰਦੇ ਮੈਂ ਰੋਜ਼ ਬੈਠ ਤੋਂ ਰੋਜ਼ ਮੈਂ ਹੌਲੀ ਹੌਲੀ ਗੱਠਾਂ ਢਿੱਲੀਆਂ ਕਰਦਾ ਜਾਣਾ, ਛੁੱਟ ਜਾਏਗਾ। ਇਸ ਵਾਸਤੇ ਆਪਾਂ ਨੂੰ ਇਹ ਬੰਧਨ ਛਡਾਉਣ ਵਾਸਤੇ ਜਿਹੜਾ ਹੈਗਾ, ਇਹਨੂੰ ਧਿਆਨ ਸਿਮਰਨ ਕਹਿੰਦੇ ਆ ਭਾਈ। ਨਹੀਂ ਤਾਂ ਦੱਸ ਦੇਖ ਲਓ ਕਰਕੇ ਜਿਹੜਾ ਹੈਗਾ, ਨਾ ਕਰੋ ਭਗਤੀ। ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹਿੰਦੇ ਜੀ ਬਈ ਮੈਂ ਸਰਵਿਸ ਆਫ ਮੈਨਕਾਈਂਡ ਇਜ਼ ਸਰਵਿਸ ਆਫ ਗਾਡ, ਜਾਂ ਜੋ ਵੀ ਗੁਣ ਲੈ ਕੇ ਚੰਗੇ ਬਣ ਕੇ ਦੇਖ ਲਓ, ਸਤੋ ਗੁਣੀ ਬਣ ਕੇ ਦੇਖ ਲਓ, ਇਹ ਛੁੱਟ ਜਾਣ ਤੇ ਦੇਖ ਲਿਓ ਭਾਈ। ਉਹ ਮਾਲਕ ਕਹਿੰਦਾ ਮੈਂ ਤਾਂ ਉਹਦੇ ਵਿੱਚ ਛੁੱਟਣ ਦਾ ਕੋਈ ਚਾਂਸ ਹੀ ਨਹੀਂ ਰੱਖਿਆ, ਭਾਵੇਂ ਸਤੋ ਗੁਣੀ ਹੋ ਜਾ, ਜੇ ਜਾਂ ਮਰਜ਼ੀ ਹੋ ਜਾ। ਕਹਿੰਦੇ ਮੈਂ ਤਾਂ ਐਸੇ ਬਣਾਇਆ ਹੀ ਨਹੀਂ ਹੈ। ਮਾਲਕ ਨੇ ਜਦ ਕੋਈ ਚੀਜ਼ ਬਣਾਈ ਨਹੀਂ ਹੈ ਤੇ ਫਿਰ ਉਹ ਕਿਸ ਤਰੀਕੇ ਦੇ ਨਾਲ ਆਪਾਂ ਉਸ ਨੂੰ ਲੈ ਲਾਂਗੇ। ਸੋਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਕਿਉਂਕਿ ਆਪ ਹੀ ਤਾਂ ਤੂੰ ਪਾਉਣ ਵਾਲਾ ਹੈ।
ਆਪ ਹੀ ਤਾਂ ਤੂੰ ਪਾਉਣ ਵਾਲਾ। ਇਹਨਾਂ ਨੂੰ ਡਿਜ਼ਾਈਨਰ ਤਾਂ ਇਹਨਾਂ ਦਾ ਕੰਮ ਦਾ ਡਿਜ਼ਾਈਨਰ ਮਾਲਕ ਹੈਗਾ। ਮਾਲਕ ਨੇ ਆਪਣੇ ਸਰੀਰ ਦੇ ਅੰਦਰ ਆਦਮੀ ਬਣਾਇਆ, ਔਰਤ ਬਣਾਈ, ਔਰ ਦੋਨਾਂ ਦਾ ਜਿਹੜਾ ਹੈਗਾ ਕਾਮ ਦੇ ਵਿੱਚ ਜਿਹੜਾ ਹੈਗਾ ਉਹਨੇ ਉਹ ਬਣਾ ਦਿੱਤੇ। ਉਹਨੇ ਉਹ ਦੋਨਾਂ ਦੇ ਸਰੀਰ ਇਸ ਤਰ੍ਹਾਂ ਦਾ ਡਿਜ਼ਾਈਨ ਕਰ ਦਿੱਤਾ ਮਾਲਕ ਪਰਮਾਤਮਾ ਦਾ। ਤੇ ਜਦ ਤੂੰ ਡਿਜ਼ਾਈਨਰ ਹੈਗਾ ਆ, ਤੂੰ ਹੀ ਤਾਂ ਇਹਨਾਂ ਨੂੰ ਲਾਉਣ ਵਾਲਾ, ਇਹਨਾਂ ਨੂੰ ਪਾਉਣ ਵਾਲਾ। ਆਹੀ ਤਾਂ ਗੇਮ ਹੈਗੀ, ਹੋਰ ਗੇਮ ਕਾਹਦੀ ਹੈ ਭਾਈ? ਜੇ ਇਹੀ ਛੁੱਟ ਜਾਣ, ਪਹਿਲਾਂ ਹੀ ਛੁੱਟ ਜਾਣੇ, ਤੇ ਫਿਰ ਗੇਮ ਕਾਹਦੀ ਹੈ? ਫਿਰ ਕੀ ਖੇਡਣਾ ਹੈ? ਕੀ ਮਾਲਕ ਦੀ ਗੇਮ ਕੀ ਹੋਈ? ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ। ਦੇਖ ਲਓ ਕੀ ਕਹਿ ਰਹੇ ਭਾਈ, ਇਹ ਭੀਤਰ ਤੇ ਇਨਕੋ ਡਾਰੋ। ਇਹਨਾਂ ਨੂੰ ਇਹ ਮੇਰੇ ਅੰਦਰ ਚਿੰਬੜੀਆਂ ਪਈਆਂ ਮੇਰੇ ਅੰਦਰ, ਤੇ ਮੈਨੂੰ ਇੱਥੋਂ ਹਟਾ ਇਹਨਾਂ ਨੂੰ। ਕਿਵੇਂ? ਆਪਨ ਨਿਕਟ ਬੁਲਾਵੋ, ਕਹਿੰਦੇ ਨੇੜੇ ਬੁਲਾ। ਬਸ ਮੈਂ ਤੇਰੇ ਨਾਲ ਬੈਠ ਜਾਵਾਂ ਤੇ ਆਪ ਆਟੋਮੈਟਿਕਲੀ ਛੁੱਟ ਜਾਣਗੇ। ਤੇਰੇ ਕੋਲ ਤਾਂ ਹੈ ਨਹੀਂ ਗਿਆ। ਜੇ ਤੇਰੇ ਨਾਲ ਜੁੜ ਜਾਵਾਂ ਤੇ ਮੈਂ ਵੀ ਤੇਰੇ ਵਰਗਾ ਹੋ ਜਾਊਂਗਾ। ਆਪਣੀ ਵਿਧ ਆਪ ਜਨਾਵੋ। ਮਾਲਕਾ ਦੇਖ, ਤੂੰ ਜਿਹੜਾ ਰਸਤਾ ਰੱਖਿਆ ਹੋਇਆ ਨਾ, ਜਿਹੜੀ ਵਿਧੀ ਹੈ ਨਾ, ਜਿਹੜੀ ਮੈਥਡ ਵਿਧੀ, ਤੂੰ ਜਿਹੜਾ ਇਹਨਾਂ ਤੋਂ ਛੁੱਟਣ ਵਾਲੀ ਵਿਧੀ ਜਿਹੜੀ ਹੈਗੀ, ਮੈਨੂੰ ਜਣਾ ਦੇ। ਮੈਂ ਜਾਣਨਾ ਚਾਹੁੰਦਾ ਹਾਂ, ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਮਿਲਾ ਦੇ ਗਾਈਡ, ਮੈਨੂੰ ਮਿਲਾ ਦੇ ਗੁਰੂ, ਮੈਨੂੰ ਮਿਲਾ ਦੇ ਬ੍ਰਹਮ ਗਿਆਨੀ, ਮੈਨੂੰ ਦੇ ਦੇ ਗਿਆਨ। ਆਪਣੀ ਵਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਲਓ ਆ ਗਏ। ਕਹਿੰਦੇ ਹਰੀ ਦੇ ਜਨ ਕੀ ਕਰਦੇ ਆ? ਮੰਗਲ ਗਾਉਣਾ ਸ਼ੁਰੂ ਕਰਦੇ। ਬਸ ਹਰ ਜਨ ਮੰਗਲ ਗਾਵੋ, ਰਹਾਓ। ਕਿਸ ਤਰ੍ਹਾਂ ਮਹਾਰਾਜ ਜੀ? ਗੱਲ ਤਾਂ ਸਮਝ ਨਹੀਂ ਆਈ। ਬਿਸਰ ਨਾਹੀ ਕਭੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ। ਹੁਣ ਆ ਗਈ ਸਮਝ? ਆਪਣੇ ਅੰਦਰ ਬੈਠ, ਮੇਰੇ ਨਾਲ ਜੁੜ। ਬਿਸਰ ਨਾਹੀ, ਬਿਸਰ ਨਾਹੀ ਕੀ ਮਤਲਬ? ਧਿਆਨ। ਕਦੀ ਵੀ ਬਿਸਰ ਨਾਹੀ ਕਭੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ। ਆਹ ਵਿਧੀ ਹੈ ਭਾਈ, ਇਹ ਵਿਧੀ ਨੂੰ ਲੈ ਲਾ ਮਨ ਦੇ ਵਿੱਚ। ਔਰ ਇਹ ਜਿਹੜਾ ਹੈਗਾ, ਇਹ ਕੋਈ ਅਲੰਕਾਰ ਨਹੀਂ ਹੈਗੇ ਵੀ ਕਭੂ, ਕਦੀ ਵੀ ਨਾ ਵਿਸਰ। ਜਿਹੜਾ ਇਨਸਾਨ ਇਸ ਰਸਤੇ 'ਤੇ ਤੁਰਦਾ ਹੈ, ਸਵੇਰੇ ਸ਼ਾਮ ਜਿਹੜਾ ਹੈਗਾ ਧਿਆਨ ਦੇ ਵਿੱਚ ਬੈਠਦਾ ਹੈ, ਉਹਦੇ ਅੰਦਰ 24 ਘੰਟੇ ਮਾਲਕ ਦੀ ਖਿੱਚ ਬਣ ਜਾਂਦੀ ਹੈ। 24 ਘੰਟੇ ਯਾਦ ਰਹਿੰਦਾ ਉਹਨੂੰ ਮਾਲਕ ਪਰਮਾਤਮਾ। ਬਿਸਰ ਨਾਹੀ ਕਭੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ। ਕਹਿੰਦੇ ਆ ਦੇਖੋ, ਪਾਵੋ ਕਹਿ ਰਹੇ, ਜਨਾਵੋ, ਮੰਗਲ ਗਾਵੋ। ਕਹਿੰਦੇ ਆਇਆ ਵਿਧੀ ਭਾਈ ਲੈ ਲਾ। ਮੈਂ ਕਿਹੜਾ ਲੁਕਾ ਕੇ ਰੱਖੀ ਹੋਈ ਹੈ? ਮੈਂ ਤਾਂ ਬ੍ਰਹਮ ਗਿਆਨੀ, ਇੰਨੇ ਬ੍ਰਹਮ ਗਿਆਨੀ ਭੇਜਿਆ, ਇਹ ਵਿਧੀ ਦੱਸਦੇ ਆ ਵਿਚਾਰੇ। ਬਿਸਰ ਨਾਹੀ ਕਭੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤੇ ਨਾ ਧਾਵੋ। ਲਓ ਗੁਰ ਪੂਰਾ, ਆ ਦੇਖ ਲਓ ਹੁਣ ਗੁਰੂ ਕਹਿਤਾ, ਪੂਰਾ ਗੁਰੂ ਕਹਿਤਾ ਭਾਈ। ਵੱਡੇ ਭਾਗਾਂ ਦੇ ਨਾਲ ਭੇਟ ਜਾਂਦਾ ਹੈ ਜਿਹਨੂੰ ਵੀ ਭੇਟਦੇ ਆ। ਜੇ ਗਿਆਨ ਜਿਹਨੂੰ ਮਿਲ ਗਿਆ, ਗਿਆਨ ਜਿਹੜਾ ਮਿਲ ਗਿਆ, ਐਟਲੀਸਟ ਆਪਾਂ ਨੂੰ ਗਿਆਨ ਮਿਲ ਰਿਹਾ ਹੈ। ਜਿਹੜੇ ਵੀ ਸੁਣ ਰਹੇ ਆ, ਜਿਹੜੇ ਵੀ ਬਾਅਦ ਵਿੱਚ ਸੁਣਨਗੇ, ਉਹਨਾਂ ਨੂੰ ਤਾਂ ਮਿਲ ਗਿਆ ਭਾਈ। ਆਪਾਂ ਤਾਂ ਨਹੀਂ ਜਿਹੜੇ ਕਹਿ ਸਕਦੇ ਵੀ ਸਾਨੂੰ ਹੁਣ ਪੂਰਾ ਗੁਰੂ ਨਹੀਂ ਮਿਲਿਆ। ਹੁਣ ਜੇ ਪ੍ਰੈਕਟੀਕਲ ਨਹੀਂ ਕਰਾਂਗੇ, ਹਾਲੇ ਗਿਆਨ ਮਿਲਿਆ ਆ, ਔਰ ਗੁਰੂ ਤਾਂ ਮਿਲਿਆ ਮੰਨਿਆ ਜਾਊਗਾ ਬਈ ਜੇ ਆਪਾਂ ਉਹਨੂੰ ਸ਼ੁਰੂ ਕਰ ਦਾਂਗੇ ਉਹ ਕਾਰਵਾਈ, ਉਹ ਕੰਮ ਜੋ ਕਹਿ ਰਿਹਾ ਗੁਰੂ। ਜਨ ਨਾਨਕ ਕਤੇ ਨਾ ਧਾਵੋ। ਕਹਿੰਦੇ ਕਿੱਧਰ ਇੱਧਰ ਉੱਧਰ ਨਾ ਦੌੜੋ ਪਾਏ, ਮਨ ਨੂੰ ਰੋਕੋ, ਬਸ ਵਿਚਾਰ ਬੰਦ ਕਰੋ। ਆਹੀ ਖੇਡਿਆ ਆਪਣੇ ਅੰਦਰ, ਆਪਣੇ ਨਾਲ ਬੈਠਣਾ। ਸੋਠ ਮਹਲਾ ਪੰਜਵਾਂ। ਜਾ ਕੇ ਸਿਮਰਨੇ ਸਭ ਕੁਛ ਪਾਈਏ, ਬਿਰਥੀ ਘਾਲ ਨਾ ਜਾਈ। ਆ ਲਓ ਫਿਰ ਸਿਮਰਨ ਆ ਗਿਆ। ਬਾਣੀ ਟਸ ਤੋਂ ਮਸ ਹੀ ਨਹੀਂ ਹੋ ਸਕਦੀ। ਆਪਣੇ ਨਾਲ ਬੈਠਣਾ ਆ। ਮਾਲਕ ਆਪਾਂ ਦੇ ਅੰਦਰ, ਆਤਮਾ ਆਪਣੇ ਅੰਦਰ ਹੈਗੀ। ਬਸ ਉਹਨੂੰ ਸਮਰਨ ਕਰਨਾ, ਉਹਨੂੰ ਧਿਆਨ ਕਰਨਾ, ਉਹਨੂੰ ਜਪ ਕਰਨਾ, ਉਹਨੂੰ ਸਮਰਨ ਕਰਨਾ ਹੈ, ਚੇਤੇ ਕਰ ਰੱਖਣਾ ਹੈ ਵੀ ਮੈਂ ਆਤਮਾ ਹੈਗਾ। ਆਤਮਾ ਦੇ ਨਾਲ, ਬਸ ਆਤਮਾ ਦੇ ਨਾਲ ਬੈਠ ਜਾਣਾ ਹੈ। ਬਸ ਆਪਾਂ ਆਤਮਾ ਹੈਗੇ, ਬਾਕੀ ਕੀ ਹੈ? ਬਾਕੀ ਤਾਂ ਸਾਰੀ ਜਿਹੜੀ ਹੈਗੀ ਆ ਉਹ, ਬਾਕੀ ਤਾਂ ਸਾਰਾ ਧੋਖਾ ਹੈਗਾ ਭਾਈ, ਮਦਾਈ ਦਾ ਤਮਾਸ਼ਾ ਹੈਗਾ। ਬਾਕੀ ਆਪਾਂ ਤਾਂ ਤਮਾਸ਼ੇ ਦੇ ਵਿੱਚ ਉਹ ਜਿਹੜਾ ਹੈਗਾ
ਕਦੀ ਜਾਦੂ ਨਾਲ ਘੁੱਗੀ ਕੱਢ ਦਿੰਦਾ ਜੇ, ਕਦੀ ਜਾਦੂ ਨਾਲ ਕੁਛ ਕਰ ਦਿੰਦਾ, ਜਦੀ ਕੁਛ ਕਰ ਦਿੰਦਾ, ਉਹ ਕਦੀ ਫੁੱਲ ਕੱਢ ਦਿੰਦਾ। ਜਾਂ ਕੇ ਸਿਮਰਨੇ ਸਭ ਕਿਛ ਪਾਈਏ, ਬਿਰਥੀ ਕਾਲ ਨਾ ਜਾਈ। ਸਾਰਾ ਕੁਛ ਕਹਿੰਦੇ, ਸਾਰਾ ਕੁਛ ਮਿਲਣਾ, ਸਾਰਾ ਕੁਛ ਸਭ ਕਿਛ ਪਾਈ, ਤੇਰੀ ਬਿਰਥੀ ਕਾਲ ਨਾ ਥੋੜ੍ਹੀ ਨਾ ਜਾਏਗੀ। ਇੱਕ ਵਾਰੀ 1 ਸਕਿੰਟ ਵਾਸਤੇ ਵੀ ਆਪਣੇ ਅੰਦਰ ਬੈਠ ਗਿਆ ਨਾ ਤੂੰ, 1 ਸਕਿੰਟ ਵਾਸਤੇ, ਉਹ ਵੀ ਤੇਰਾ ਰਜਿਸਟਰਡ ਹੈ ਪਿਆਰਿਆ, ਉਹ ਵੀ ਤੇਰਾ ਖਰਾ ਆਏਗਾ, ਖਰਾ, ਬਿਲਕੁਲ ਖਰਾ। ਜਾ ਕੇ ਸਿਮਰਨੇ ਸਭ ਕਿਛ ਪਾਈਏ, ਬਿਰਥੀ ਕਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਥ ਰਾਛੋ, ਜੋ ਸਭ ਮੈਂ ਰਿਹਾ ਸਮਾਈ। ਉਸ ਮਾਲਕ ਪਰਮਾਤਮਾ ਨੂੰ ਛੱਡ ਕੇ ਤੇ ਬਾਹਰ ਜਿਹੜਾ ਉਹਨੂੰ ਭਾਲਦਾ ਫਿਰਦਾ, ਕਦੀ ਪਹਾੜਾਂ 'ਤੇ, ਕਦੀ ਕਿਤੇ ਦਰਿਆਵਾਂ 'ਤੇ, ਕਦੀ ਕਿੱਥੇ, ਕਦੀ ਕਿੱਥੇ, ਕਦੀ ਪੱਥਰਾਂ 'ਚ, ਕਦੀ ਕਿਸੇ ਹੋਰ ਜਿਹੜਾ ਹੈਗਾ ਪਤਾ ਨਹੀਂ ਕੀ ਕੁਛ ਕਰੀ ਜਾ ਰਹੇ ਹਾਂ ਆਪਾਂ। ਕਿਹਨੂੰ ਕਿਹਨੂੰ ਕੀ ਨਹੀਂ, ਕਿਸ ਨੂੰ ਆਪਾਂ ਨੇ ਬਣਾਇਆ ਹੋਇਆ ਹੈ ਭਾਈ, ਆਪਣੇ ਆਪ ਨੂੰ ਜਿਹੜਾ ਹੈਗਾ ਟਰੈਪ ਕਰਨ ਦੇ ਵਾਸਤੇ, ਆਪਣੇ ਸਵਾਸ ਗਾਉਣ ਦੇ ਵਾਸਤੇ। ਤਿਸ ਪ੍ਰਭ ਤਿਆਗ ਅਵਰ ਕਤ ਰਾਚੋ, ਜੋ ਸਭ ਮੈਂ ਰਿਹਾ ਸਮਾਈ। ਸਾਰਿਆਂ ਦੇ ਵਿੱਚ ਸਮਾਇਆ ਹੋਇਆ ਮਾਲਕ ਪਰਮਾਤਮਾ, ਆਪਣੇ ਅੰਦਰ ਵੀ ਉਹੀ ਹੈਗਾ। ਆ ਸਰੀਰ ਦੇ ਅੰਦਰ ਹੀ ਜਾਣਾ ਪਊਗਾ, ਚਾਹੇ ਸਰੀਰ ਨੂੰ ਕਿਤੇ ਹੇਮਕੁੰਟ ਲੈ ਲਓ, ਚਾਹੇ ਬਦਰੀਨਾਥ ਕੇਦਾਰਨਾਥ, ਚਾਹੇ ਮੱਕਾ ਮਦੀਨਾ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ ਭਾਈ, ਵੜਨਾ ਤਾਂ ਆਪਣੇ ਅੰਦਰ ਹੀ ਪਊਗਾ। ਬਾਹਰਲੀ ਭਗਤੀ ਤਾਂ ਹੈ ਹੀ ਨਹੀਂ ਹੈ, ਆਪਾਂ ਤਾਂ ਹੈ ਹੀ ਨਹੀਂ, ਸਰੀਰ ਤਾਂ ਆਪਾਂ ਹੈ ਹੀ ਨਹੀਂ। ਆਕਾਰ ਤਾਂ ਜਿਹੜਾ ਹੈਗਾ ਟਰੈਪ ਹੈ, ਉਹਦੀ ਕਾਹਦੀ ਭਗਤੀ ਆਕਾਰ ਦੇ ਨਾਲ। ਜਾ ਕੇ ਸਿਮਰਨੇ ਸਭ ਕਿਛ ਪਾਈਏ, ਬਿਰਥੀ ਕਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਥ ਰਾਚੋ, ਜੋ ਸਭ ਮੈਂ ਰਿਹਾ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ। हे ਸੰਤੋ, हे ਚੰਗੇ ਭਾਗਾਂ ਵਾਲਿਓ, ਉਹਨੂੰ ਆਪਣੇ ਆਪ ਆਪਣੇ ਸਮਰਨ ਕਰ ਲਓ, ਆਤਮਾ ਦੇ ਨਾਲ ਬੈਠੋ, ਉਹ ਗੋਪਾਲ ਆ। ਹਰ ਹਰ ਸਿਮਰੋ ਸੰਤ ਗੋਪਾਲਾ, ਉਸ ਗੋਪਾਲ ਨੂੰ ਜਿਹੜਾ ਸਾਰਿਆਂ ਨੂੰ ਪਾਲ ਰਿਹਾ ਆ, ਸਾਰਿਆਂ ਨੂੰ ਪਾਲ ਰਿਹਾ ਆ। ਔਰ ਕੋਈ ਉਹਨੂੰ ਯਾਦ ਕਰਦਾ, ਕੋਈ ਉਹਨੂੰ ਗਾਲਾਂ ਕੱਢਦਾ, ਕੋਈ ਉਹ ਹਰੇਕ ਨੂੰ ਜਿਹੜਾ ਹੈਗਾ ਦੇ ਰਿਹਾ ਹੈ, ਕਿਉਂਕਿ ਸਾਰੇ ਉਹਦੇ ਹੈਗੇ। ਉਹਨੂੰ ਪਤਾ ਹੈ ਵੀ ਮੇਰੇ ਬੱਚੇ ਆ ਸਾਰੇ ਦੇ ਸਾਰੇ, ਉਹਨੇ ਦੇਣਾ ਹੈ। ਜਿਹਨੂੰ ਮਨੁੱਖੀ ਜੀਵਨ ਬਾਰੀ ਕਢਾਈ ਹੈ ਮਾਲਕ ਨੇ, ਤੇ ਬਾਰੀ ਤਾਂ ਪੂਰੀ ਕਰਨੀ ਉਹਨੇ, ਭਾਵੇਂ ਭਗਤੀ ਕਰੇ, ਭਾਵੇਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਪਾਪ ਕਮਾਈ ਜਾਏ। ਹਰ ਹਰ ਸਿਮਰੋ ਸੰਤ ਗੋਪਾਲਾ। ਪਰ ਮਾਲਕ ਨੇ ਜੋ ਜਿਹੜੇ ਹੈਗੇ ਨਿਯਮ ਬਣਾਏ ਹੋਏ ਆ, ਬਈ ਦੁੱਖ ਤਕਲੀਫਾਂ ਤਾਂ ਮਿਲਣੀਆਂ ਹੈ ਜੇ ਤੂੰ ਉੱਧਰ ਨੂੰ ਗਤੀ ਕਰੇਗਾ, ਤੇ ਜੇ ਸੁੱਖ ਵੀ ਹੈਗੇ ਤੇ ਨਾਲ ਵੱਡੇ ਵੱਡੇ ਦੁੱਖ ਹੈ। ਇਹ ਸਾਰੇ ਜਿੰਨੇ ਸਵਾਦ ਤੈਨੂੰ ਨਜ਼ਰ ਆ ਰਹੇ, ਇਹਨਾਂ ਦੇ ਪਿੱਛੇ ਸਾਰੇ ਜਿੰਨੇ ਭੋਗ ਵਿਲਾਸ ਹੈਗੇ, ਇਹਨਾਂ ਦੇ ਪਿੱਛੇ ਦੁੱਖ ਜਿਹੜੇ ਹੈਗੇ ਤੈਨੂੰ ਨਜ਼ਰ ਨਹੀਂ ਆ ਰਹੇ, ਇਹਨਾਂ ਦੇ ਪਿੱਛੇ ਦੁੱਖ ਹੈਗੇ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ ਰਹਾਓ। ਕਹਿੰਦੇ ਮਿਲ ਕੇ, ਸਾਧ ਸੰਗਤ ਦੇ ਮਿਲ ਕੇ ਨਾਮ ਨੂੰ ਧਿਆਉਣਾ ਕਰ। ਧਿਆਉਣਾ ਕੀ ਆ? ਧਿਆਨ, ਬਸ ਆ ਨਾਮ ਧਿਆਵੋ ਕੀ ਆ? ਬਸ ਬਈ ਆਪਣੀ ਆਤਮਾ ਦੇ ਨਾਲ ਬੈਠ ਜਾ, ਇਹ ਨਾਮ ਨੂੰ ਧਿਆਣਾ। ਨਾਮ ਕਿਉਂ ਲਿਖ ਦਿੱਤਾ ਮਾਲਕ ਨੇ? ਨਾਮ ਇਸ ਕਰਕੇ ਕਿ ਨਾਮ ਪਦਾਰਥ ਹੈ, ਅੰਮ੍ਰਿਤ ਰਸ ਸੇ ਅਮਰ ਹੋ ਜਾਣਾ ਹੈ। ਉਹਦੀ ਇੱਕ ਬੂੰਦ ਵੀ ਆ ਗਈ ਤੇ ਜਿੱਥੇ ਮਾਲਕ ਪ੍ਰਗਟ ਹੋ ਜਾਏਗਾ। ਵਿਚਾਰ ਮੰਡਲ ਖਤਮ ਹੋਇਆ, ਸੁੰਨ ਮੰਡਲ, ਮਾਲਕ ਸੁੰਨ ਹੈਗਾ। ਸੁੰਨ ਕਿਉਂ ਹੈਗਾ ਮਾਲਕ ਬਈ? ਸੁੰਨ ਇਸ ਕਰਕੇ ਹੈ ਕਿ ਬਾਹਰ ਜਿਹੜੀ ਮਾਇਆ ਹੈਗੀ ਸਾਰੀ ਦੀ ਸਾਰੀ, ਇਹ ਮਾਇਆ ਤਾਂ ਹੈ ਨਹੀਂ ਗੀ, ਇਹ ਤਾਂ ਟਰੈਪ ਹੈਗੀ। ਮਾਇਆ ਹਟਾ ਦਿਓ, ਕੀ ਰਹਿ ਜਾਂਦਾ ਹੈ? ਸੁੰਨ ਰਹਿ ਜਾਂਦਾ ਹੈ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ ਰਹਾਓ। ਕਹਿੰਦੇ ਕਾਲ ਨਾ ਪੂਰਨ ਹੋ ਜਾਏਗੀ, ਜਿਹਦੇ ਵਾਸਤੇ ਤੈਨੂੰ ਆ ਮਨੁੱਖ ਸਰੀਰ ਮਿਲਿਆ ਹੈ। ਬਾਰੀ ਕਢਾਈ ਹੈ ਤੇਰੀ ਖਸਮ ਨੇ, ਬਾਰੀ ਖਸਮ ਕਢਾਏ ਕਿਰਤ ਕਮਾਵਣਾ। ਬਾਰੀ ਖਸਮ ਕਢਾਉਂਦਾ ਹੈ। ਜਿਨੇ ਹੁਣ ਮਾਰਗ ਜੂਨਾਂ ਦੇ ਵਿੱਚ ਹੈਗੇ ਆ, ਸਾਰਿਆਂ ਦੀ ਬਾਰੀ ਦਊਗਾ। ਜੀ ਜੰਤ ਸਾਰਿਆਂ ਨੂੰ ਉਹਨੇ ਤਾਰਨਾ ਹੈਗਾ, ਸਾਰਿਆਂ ਨੂੰ ਉਹਨੇ ਬਾਰੀ ਦੇਈ ਜਾਣੀ ਹੈ। ਆਹੀ ਖੇਡਿਆ ਉਹਦੀ ਮਾਲਕ ਪਰਮਾਤਮਾ ਦੀ। ਕੋਈ ਮਰਨ ਵਾਲਾ ਨਹੀਂ ਹੈਗਾ। ਆਤਮਾ ਕੋਈ ਮਰਦੀ ਥੋੜੀ ਨਾ ਹੈ। ਜੋਤ ਹੈ ਉਹ ਥੋੜੀ ਨਾ ਮਰੇਗੀ। ਜੋਤ ਔਰ ਆਪਾਂ ਨੂੰ ਦਿਸਦੀ ਥੋੜੀ ਨਾ ਹੈਗੀ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ ਰਹਾਓ।
ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ। ਉਹ ਮਾਲਕ ਪਰਮਾਤਮਾ ਦੇਖ ਲਓ ਸਾਰਿਆਂ ਦੀ ਸਾਰ ਲੈ ਰਿਹਾ ਹੈ ਔਰ ਸਾਰਿਆਂ ਨੂੰ ਜਿਹੜਾ ਹੈਗਾ ਪਾਲ ਰਿਹਾ ਨਿਤ ਨਿਤ, ਕੋਈ ਦਿਨ ਖਾਲੀ ਨਹੀਂ, ਕੋਈ ਰਾਤ ਖਾਲੀ ਨਹੀਂ। ਪ੍ਰੇਮ ਸਹਿਤ ਗੱਲ ਲਾਵੇ ਔਰ ਪ੍ਰੇਮ ਦੇ ਨਾਲ ਸਾਰਿਆਂ ਦੇ ਨਾਲ ਪਿਆਰ ਆ। ਭਾਈ ਕੋਈ ਕਿਸੇ ਤਰ੍ਹਾਂ ਹੈ, ਕੋਈ ਕਿੰਨਾ ਵੀ ਪਾਪੀ ਜੇ ਮਰਜ਼ੀ ਹੈ, ਜਦ ਮਰਜ਼ੀ ਮੁੜ ਸਕਦਾ ਹੈ। ਉਹ ਪ੍ਰੇਮ ਨਾਲ ਗੱਲ ਲਾ ਲੈਂਦਾ ਹੈ, ਪ੍ਰੇਮ ਦੇ ਨਾਲ। ਉਹ ਥੋੜ੍ਹੀ ਨਾ ਕਹਿੰਦਾ ਤੂੰ ਤਾਂ ਇੰਨੇ ਪਾਪ ਕੀਤੇ, ਇੰਨਾ ਕਿਸ। ਉਹ ਕਹਿੰਦਾ ਭਾਈ ਆ ਗਿਆ, ਵੈਲ ਡਨ, ਬਸ। ਸਾਰ ਸੰਭਾਲੈ ਨਿਤ ਪ੍ਰਤ ਪਾਲੈ ਹੈ ਪ੍ਰੇਮ ਸਹਿਤ ਗਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਕਹਿੰਦੇ ਤੈਨੂੰ ਵਿਸਾਰ ਕੇ ਜਗਤ ਜੀਵਨਾ, ਹੇ ਜਗ ਦੇ ਜੀਵਨ, ਹੇ ਮਾਲਕਾ, ਤੈਨੂੰ ਵਿਸਾਰ ਕੇ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਤੈਨੂੰ ਵਿਸਾਰ ਕੇ ਤੈਨੂੰ ਕਿਵੇਂ ਪਾ ਸਕਦਾ ਆ? ਤੈਨੂੰ ਵਿਸਾਰ ਕੇ ਤੈਨੂੰ ਕਿਵੇਂ ਪਾ ਸਕਦਾ ਹੈ? ਜਗਤ ਜੀਵਨ ਕੌਣ ਹੈ? ਉਹ ਮਾਲਕ ਪਰਮਾਤਮਾ। ਜਗ ਦਾ ਜੀਵਨ ਹੈ ਮਾਲਕ ਪਰਮਾਤਮਾ। ਜਗ ਨੂੰ ਜੀਵਨ ਦੇਣ ਵਾਲਾ ਮਾਲਕ ਪਰਮਾਤਮਾ ਹੈਗਾ ਔਰ ਉਹਨੂੰ ਭੁਲਾ ਕੇ ਉਹਨੂੰ ਪਾਉਣਾ ਹੈ। ਇਜ਼ ਇਟ ਪੋਸੀਬਲ? ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਸੋਠ ਮਹਲਾ ਪੰਜਵਾਂ। ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਬਸ ਸਮਰਨ ਕਰ ਲਿਆ, ਸਾਰੀ ਦੀ ਸਾਰੀ ਮੈਲ ਉਸੇ ਵੇਲੇ ਉਤਰ ਜਾਏਗੀ। ਕਿਉਂਕਿ ਮੈਲ ਤਾਂ ਹੈ ਹੀ ਵਿਚਾਰਾਂ ਦੀ। ਇਹ ਕਿਹੜੀ ਦਿਸਦੀ ਹੈ ਮੈਲ? ਇਹ ਕਿਹੜੀ ਦਿਸ ਰਹੀ ਹੈ ਆਪਾਂ ਨੂੰ? ਕੋਈ ਮੈਲ ਦਿਸ ਰਹੀ ਹੈ ਭਾਈ? ਹੈ ਹੀ ਵਿਚਾਰਾਂ ਦੀ ਮੈਲ। ਅਬਨਾਸੀ ਜੀਵਨ ਕੋ ਦਾਤਾ, ਉਹ ਅਬਨਾਸੀ ਹੈਗਾ ਔਰ ਸਾਰੇ ਜੀਵਾਂ ਦਾ ਦਾਤਾ ਹੈ। ਸਾਰੀਆਂ ਦਾਤਾਂ ਦੇਣਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਹ। ਭਾਵੇਂ ਜਿਹੜੇ ਕੋਈ ਪਰਿੰਦੇ ਹੈਗੇ, ਭਾਵੇਂ ਕੋਈ ਚਾਰ ਪੈਰ ਵਾਲੇ, ਭਾਵੇਂ ਕੋਈ ਮੱਛੀਆਂ ਹੈਗੀਆਂ, ਜਿਹੜਾ ਮਰਜ਼ੀ, ਭਾਵੇਂ ਇਨਸਾਨ ਹੈਗੇ, ਜੇ ਮਰਜ਼ੀ, ਸਾਰਿਆਂ ਨੂੰ ਦਾਤਾਂ ਉਹੀ ਮਾਲਕ ਪਰਮਾਤਮਾ ਦੇ ਰਿਹਾ। ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਸਾਰੀ ਮੈਲ ਖਤਮ ਹੋ ਜਾਂਦੀ ਹੈ ਸਮਰਨ ਕਰਨ ਦੇ ਨਾਲ। ਭੁੱਲ ਹੀ ਜਾਂਦਾ ਇਨਸਾਨ ਵਿਚਾਰਾਂ ਨੂੰ, ਭੁੱਲ ਗਿਆ ਤੇ ਖਤਮ ਹੋ ਗਈ ਕਹਾਣੀ। ਇਹੀ ਭਗਤੀ ਹੈਗੀ। ਆਹੀ ਕਰਨਾ ਹੈ, ਬਸ ਚੁੱਪ ਕਰਕੇ ਬੈਠਣਾ ਹੈ। ਜਿਹੜੇ ਦੁਨੀਆ ਦੇ ਵਿੱਚ ਆਪਾਂ ਸਾਰਾ ਕਰਕੇ ਜਿਹੜੇ ਹੈਗੇ, ਸਵੇਰ ਦਾ ਟਾਈਮ ਤਾਂ ਵੈਸੇ ਹੀ ਸ਼ਾਂਤੀ ਹੁੰਦੀ ਹੈ। ਸਵੇਰੇ ਤਾਂ ਆਲਰੇਡੀ ਜਿਹੜਾ ਹੈਗਾ ਮਾਲਕ ਨੇ ਨੀਂਦ ਲਈ 8 ਘੰਟੇ ਨੀਂਦ ਦੇ ਵਿੱਚ ਜਿਹੜਾ ਹੈਗਾ ਸਾਰੀਆਂ ਫਾਈਲਾਂ ਕਲੋਜ਼ ਕਰਤੀਆਂ। ਹੁਣ ਆਪਣੀ ਮਰਜ਼ੀ ਆ ਵੀ ਸਰਾਣੇ ਦੇ ਉੱਤੇ ਹੀ ਆਪਾਂ ਫਾਈਲਾਂ ਖੋਲ੍ਹ ਲਈਏ। ਅੱਖਾਂ ਖੁੱਲ੍ਹੀਆਂ ਤੇ ਫਾਈਲਾਂ ਖੁੱਲ੍ਹ ਜਾਂਦੀਆਂ, ਉਸੇ ਵੇਲੇ ਫਾਈਲਾਂ ਖੁੱਲ੍ਹ ਜਾਂਦੀਆਂ। ਉਸ ਵੇਲੇ ਇੰਨਾ ਜਿਹੜਾ ਦੇਖੋ ਚਾਂਸ, ਇੰਨਾ ਜਿਹੜਾ ਪ੍ਰੋਬੇਬਿਲਿਟੀ ਇੰਨੀ ਜ਼ਿਆਦਾ ਹੈਗੀ ਆ ਕਿ ਇੱਕਦਮ ਜਿਹੜੇ ਹੈਗੇ ਆਪਾਂ ਧਿਆਨ ਦੇ ਵਿੱਚ ਚਲੇ ਜਾਈਏ ਅਤੇ ਸੁਖੈਨ ਹੀ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਹੋ ਜਾਂਦੇ। ਵਿਚਾਰ ਤਾਂ ਪਹਿਲਾਂ ਹੀ ਬੰਦ ਸੀਗੇ, ਬਸ ਬੈਠ ਜਾਓ। ਬਸ ਕੋਈ ਇੱਕ ਟਾਮਾ ਮਾੜਾ ਮੋਟਾ ਆਇਆ, ਉਹਨੂੰ ਅਣਦੇਖਾ ਕਰ ਦਿਓ। ਆਇਆ ਪਟਲ 'ਤੇ ਕੋਈ ਕਟੀ ਪਤੰਗ ਹੈਗੀ, ਉਹਨੇ ਆਪੇ ਦੂਰ ਹੋ ਜਾਣਾ। ਫਿਰ ਆ ਗਏ, ਫਿਰ ਜਿਹੜਾ ਹੈਗਾ ਉਹਦੇ ਨਾਲ ਸੁਰਤ ਨਾ ਜੋੜੋ। ਬਸ ਨਜ਼ਰ ਆਏ, ਕਿਉਂਕਿ ਆਪਾਂ ਨੂੰ ਕੋਈ ਵਿਚਾਰ ਆਇਆ ਅਤੇ ਇਹਦਾ ਮਤਲਬ ਆ ਗਿਆ ਨਾ ਸਾਹਮਣੇ। ਬਸ ਹੁਣ ਉਹਦੇ ਨਾਲ ਓਹੋ ਮਾਫ਼ ਕਰਨਾ ਜੀ, ਇਹ ਨਾ ਥੱਲੇ ਕੁੜੀਆਂ ਪਰੌਠੇ ਪਕਾ ਰਹੀਆਂ। ਇਹ ਤਾਂ ਹੁਣ ਬਰਦਾਸ਼ਤ ਕਰਨਾ ਪਊਗਾ ਆਪਾਂ ਨੂੰ। ਇੱਕ ਸੈਕਿੰਡ ਜੀ। ਚਲੋ ਸ਼ੁਕਰ ਹੈ। ਇਹ ਅਲਾਰਮ ਵੱਜ ਗਿਆ ਸੀ ਜੀ, ਸਮੋਕ ਅਲਾਰਮ। ਉੱਥੇ ਫੈਨ ਲਗਾ ਦਿਓ ਵੀਰ ਜੀ। ਲੱਗਿਆ ਜੀ, ਚਲਾਉਂਦੀਆਂ ਨਹੀਂ ਨਾ ਥੱਲੇ ਉਹਨਾਂ ਦਾ। ਹੁਣ ਜਿਹੜਾ ਹੈਗਾ ਫਿਰ ਕੀ ਕਹੀਏ ਉਹਨਾਂ ਨੂੰ। ਹੁਣ ਆਪਾਂ ਕੁੜੀਆਂ ਤਾਂ ਰਹਿ ਰਹੀਆਂ ਥੱਲੇ, ਉਹ ਨਹੀਂ ਚਲਾਇਆ ਹੋਣਾ। ਸੋਠ ਮਹਲਾ ਪੰਜਵਾਂ। ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਵਰਤਨ
बिरला पावै कोई। मेरे मन जप गुर गोपाल प्रभ सोई। मेरे मन जप गुर गोपाल प्रभ सोई। जाकी शरण पिया सुख पाईए बाहोड़ दुख ना होई। कहते हे मेरे मना उस दा ध्यान कर ला। ਉਹ ਜਿਹੜਾ ਹੈਗਾ ਮੇਰੇ ਮਨ ਜਪ ਗੁਰ ਗੋਪਾਲ, ਗੁਰੂਆਂ ਦਾ ਗੁਰੂ, ਉਹ ਮਾਲਕ ਪਰਮਾਤਮਾ, ਸਾਰਿਆਂ ਨੂੰ ਪਾਲਣ ਵਾਲਾ ਉਹ ਪਰਮਾਤਮਾ, ਉਹਦਾ ਧਿਆਨ ਕਰ। ਆਪਣੀ ਆਤਮਾ, ਆਪਾਂ ਆਪਣੀ ਆਤਮਾ ਦੇ ਨੇੜੇ ਜਾ ਸਕਦੇ ਹਾਂ ਬਸ। ਕਹਿੰਦੇ ਆ ਨਾ ਆਤਮਾ ਜਿਹੜੀ ਹੈ ਬੂੰਦ ਜਿਹੜੀ ਹੈਗੀ ਉਹੀ ਸਾਗਰ ਆ, ਸਾਗਰ ਦੇ ਸਾਰੇ ਗੁਣ ਆ, ਉਹ ਆਪਣੀ ਆਤਮਾ ਦੇ ਵਿੱਚ ਸਾਰੇ ਦੇ ਸਾਰੇ ਗੁਣ ਆ ਮਾਲਕ ਪਰਮਾਤਮਾ ਦੇ। ਜਦ ਆਪਣੀ ਆਤਮਾ ਜਿਹੜੇ ਆਪਾਂ ਇਹ ਕਾਰਨਸ਼ੀਲ ਜਿਹੜਾ ਹੈਗਾ ਇਹ ਸਾਰੀ ਜਿਹੜੀ ਹੈਗੀ ਮੈਲ ਦੂਰ ਹੋ ਗਈ ਅਤੇ ਆਟੋਮੈਟਿਕਲੀ ਜੁੜ ਗਏ ਮਾਲਕ ਪਰਮਾਤਮਾ ਦੇ ਨਾਲ, ਗੇਮ ਹੋ ਗਈ ਪੂਰੀ। ਮੇਰੇ ਮਨ ਜਪੇ ਗੁਰ ਗੋਪਾਲ ਪ੍ਰਭ ਸੋਈ। ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ। ਸ਼ਰਨ ਕੀ ਜਾਣਾ ਹੈ? ਸ਼ਰਨ ਜਾਣਾ ਹੈ ਵੀ ਬਸ ਮੈਂ ਮਾਲਕ ਦੇ ਕੋਲ ਮੈਂ ਪਤਾ ਲੱਗ ਗਿਆ ਵੀ ਆਪਾਂ ਕੌਣ ਹੈਗੇ ਹਾਂ। ਬਸ ਜੇ ਕੌਣ ਹੈਗੇ ਤੇ ਆਪਣੇ ਨਾਲ ਬੈਠੀ ਆਪਾਂ। ਆਪਣੀ ਸੁਰਤ ਹੈਗੀ ਹੈ ਜਿਹੜੀ, ਇਹ ਸੁਰਤ ਨੂੰ ਉੱਥੇ ਲੈ ਕੇ ਜਾਣਾ ਹੈ। ਸੁਰਤ ਜਿਹੜੀ ਹੈਗੀ ਆਪਾਂ ਨੂੰ ਇਹ ਮਨ ਨੂੰ ਲਿਜਾਣ ਵਾਸਤੇ ਜਿਹੜੀ ਹੈਗੀ ਆ ਇਹ ਮਨ ਦਾ ਰਸਤਾ ਜਿਹੜਾ ਹੈਗਾ ਸੁਰਤ ਦਿਖਾਉਂਦੀ ਹੈ ਔਰ ਮਨ ਨੇ ਚੱਲਣਾ ਹੈਗਾ। ਸੁਰਤ ਆਪਾਂ ਨੇ ਆਤਮਾ ਵੱਲ ਨੂੰ ਕਰ ਲਈ, ਮਨ ਆਤਮਾ ਵੱਲ ਨੂੰ ਚੱਲਣ ਲੱਗ ਗਿਆ, ਮਨ ਖਤਮ ਹੋ ਜਾਏਗਾ। ਫਿਰ ਬਸ ਮਨ ਦਾ ਐਗਜ਼ਿਸਟੈਂਸ ਖਤਮ ਹੋ ਗਿਆ। ਆਹੀ ਯਾਤਰਾ ਹੈਗੀ। ਨਹੀਂ ਤਾਂ ਦੇਖ ਲਓ ਜਿੱਧਰ ਨੂੰ ਵੀ ਆਪਣੀ ਸੁਰਤ ਜਾਂਦੀ ਆ ਉੱਧਰ ਨੂੰ ਆਪਣਾ ਮਨ ਤੁਰ ਪੈਂਦਾ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁਖ ਨਾ ਹੋਈ ਰਹਾਓ। ਵਡ ਭਾਗੀ ਸਾਧ ਸੰਗ ਪ੍ਰਾਪਤ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਕਿਉਂਕਿ ਮਾਲਕ ਪਰਮਾਤਮਾ ਕਹਿੰਦੇ ਆ ਉਸ ਗੁਰੂ ਗੋਪਾਲ ਜਿਹੜਾ ਪਰਮਾਤਮਾ ਹੈਗਾ ਉਹਦੀ ਸ਼ਰਨ ਤੋਂ ਜਾਏ ਬਗੈਰ, ਉਹਦੀ ਸ਼ਰਨ ਦੇ ਵਿੱਚ ਪਏ ਬਗੈਰ ਦੁੱਖ ਤੇਰੇ ਦੂਰ ਨਹੀਂ ਹੋਣੇ ਔਰ ਦੁਬਾਰਾ ਦੁੱਖ ਹੋਏਗਾ ਹੀ ਨਹੀਂ। ਇਹ ਧਿਆਨ ਸਿਮਰਨ ਜਿਹੜਾ ਕਰਦਾ ਹੈ ਦੁਬਾਰਾ ਦੁਖੀ ਨਹੀਂ ਹੁੰਦਾ। ਵਡ ਭਾਗੀ ਸਾਧ ਸੰਗ ਪ੍ਰਾਪਤ। ਇਹ ਵੱਡੇ ਭਾਗਾਂ ਦੇ ਨਾਲ ਸਾਧ ਸੰਗਤ ਮਿਲਦੀ ਹੈ ਭਾਈ। ਇਹ ਗਿਆਨ ਇਹ ਵੱਡੇ ਭਾਗਾਂ ਦੇ ਨਾਲ ਗਿਆਨ ਮਿਲਦਾ ਹੈ। ਆਹ ਜਿਹੜੀ ਸੰਗਤ ਇਹ ਗੁਰੂ ਦੀ ਸੰਗਤ, ਇਹ ਬ੍ਰਹਮ ਗਿਆਨੀਆਂ ਦੀ ਸੰਗਤ, ਇਹ ਜਿਹੜੀ ਹੈਗੀ ਆ ਜੋ ਆਪਾਂ ਨੂੰ ਜਿਹੜਾ ਹੈਗੇ ਇਹ ਰਸਤਾ ਪਤਾ ਲੱਗ ਰਿਹਾ ਹੈ, ਇਹ GPS ਇਹ ਜਿਹੜੀ ਹੈਗੀ ਇਹ ਬਹੁਤ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ। ਇਹਦੇ ਨਾਲ ਭੈੜੀ ਮੱਤ ਜਾਣੀ ਹੈ। ਇਹਦੇ ਨਾਲ ਆਪਾਂ ਨੇ ਧਿਆਨ ਸਿਮਰਨ ਕਰਨਾ ਸ਼ੁਰੂ ਕਰਨਾ ਹੈ, ਆਪਣੇ ਅੰਦਰ ਵੜਨਾ ਸ਼ੁਰੂ ਕਰਨਾ ਹੈ ਅਤੇ ਆਟੋਮੈਟਿਕਲੀ ਭੈੜੀ ਮੱਤ ਚਲੇ ਜਾਣੀ। ਤਿਨ ਕੀ ਧੂਰ ਨਾਨਕ ਦਾਸ ਵਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਨਾਨਕ ਕੱਕੇ ਨੂੰ ਔਂਕੜ ਲੱਗੀ ਹੈ, ਦਾਸ ਨੂੰ ਵੀ ਔਂਕੜ ਲੱਗੀ ਹੈ। ਕਹਿੰਦੇ ਮੈਂ ਤਾਂ ਨਾਨਕ ਦਾਸ ਆਪਣੇ ਆਪ ਨੂੰ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ। ਇਹ ਗਿਆਨ ਦੇ ਸੰਪਾਦਕ ਔਰ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਹੈ। ਤਿਨ ਕੀ ਧੂਰ ਕਹਿੰਦੇ ਐਸੇ ਜਿਹੜੇ ਹੈਗੇ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੂੰ ਸਾਧ ਸੰਗਤ ਮਿਲੀ ਹੈ, ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਨ੍ਹਾਂ ਦੇ ਹਿਰਦੇ 'ਚ ਜਿਨ੍ਹਾਂ ਨੇ ਨਾਮ ਪਰੋ ਲਿਆ, ਜਿਨ੍ਹਾਂ ਨੇ ਮਾਇਆ ਦੀ ਪਕੜ ਜਿਹੜੀ ਹੈਗੀ ਆ ਜਿਨ੍ਹਾਂ ਦੀ ਢਿੱਲੀ ਹੋ ਗਈ। ਤਿਨ ਕੀ ਧੂਰ ਨਾਨਕ ਦਾਸ ਵਾਂਛੈ ਜਿਨ ਹਰ ਨਾਮ ਹਿਰਦੇ ਪਰੋਈ। ਜਿਨ੍ਹਾਂ ਨੇ ਪਰਮੇਸ਼ਰ ਦੇ ਧਿਆਨ ਨੂੰ ਆਪਣੇ ਹਿਰਦੇ 'ਚ ਪਰੋ ਲਿਆ ਹੈ, ਜਿਹੜੇ ਆਪਣੇ ਆਤਮਾ ਦੇ ਵਿੱਚ ਜਾ ਕੇ ਬੈਠ ਗਏ, ਲੀਨ ਹੋ ਗਏ ਆਤਮਾ ਦੇ ਵਿੱਚ। ਇੱਕ ਹੋਰ ਲੈ ਲਈਏ ਜੀ ਬਸ। ਸੋਠ ਮਹਲਾ ਪੰਜਵਾਂ। ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੇ। ਆਹ ਦੇਖੋ ਹੁਣ ਰਿਜ਼ਲਟ ਆਉਣ ਲੱਗ ਪਏ ਭਾਈ। ਇਹ ਧਿਆਨ ਸਿਮਰਨ ਦੇ ਰਿਜ਼ਲਟ ਆ ਰਹੇ, ਹੁਣ ਇਹ ਭਗਤੀ ਦੇ ਰਿਜ਼ਲਟ ਆ ਰਿਹਾ। ਕਹਿੰਦੇ ਜਨਮਾਂ ਜਨਮਾਂ ਦੇ ਕਿੰਨੇ ਮਰਜ਼ੀ ਦੁੱਖ ਹੋਣ, ਕਿੰਨੇ ਮਰਜ਼ੀ ਪਾਪ ਹੋਣ, ਸਾਰੇ ਦੇ ਸਾਰੇ ਖਤਮ ਹੋ ਜਾਣਗੇ। ਮਨ ਸੁੱਕਿਆ ਪਿਆ ਹੈ, ਬਿਲਕੁਲ ਸੁੱਕਿਆ ਹੈ, ਬਿਲਕੁਲ ਜਿਵੇਂ ਕੋਈ ਲੱਕੜ ਸੁੱਕੀ ਹੋ ਜਾਂਦੀ, ਕਹਿੰਦੇ ਹਰਾ ਹੋ ਜਾਏਗਾ। ਆਸਰਾ ਮਿਲ ਗਿਆ, ਆਧਾਰ ਮਿਲ ਗਿਆ, ਸਾਧਾਰ ਹੈ, ਚੰਗਾ ਆਧਾਰ ਮਿਲ ਗਿਆ ਇਹਨੂੰ। ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ।
ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ। ਕਿਹਦੇ? ਬ੍ਰਹਮ ਗਿਆਨੀਆਂ ਦੇ, ਬ੍ਰਹਮ ਗਿਆਨ ਦੇ, ਗੁਰੂ ਦੇ, ਸਤਿਗੁਰੂ ਦੇ ਦਰਸ਼ਨ। ਕੀ ਦਰਸ਼ਨ ਆ? ਉਹਨਾਂ ਦੇ ਨਾਲ ਭੇਟਣਾ ਆ, ਉਹਨਾਂ ਤੋਂ ਗਿਆਨ ਲੈਣਾ ਹੈ। ਜੋ ਉਹ ਕਹਿ ਰਹੇ ਆ ਉਹ ਕਾਰਵਾਈ ਕਰਨੀ ਹੈ। ਉਹ ਡਾਕਟਰ ਹੈਗੇ, ਉਹਨਾਂ ਨੇ ਆਪਣੀ ਸਰਜਰੀ ਕਰਨੀ ਆ, ਉਹਨਾਂ ਨੇ ਆਪਣੇ ਅੰਦਰੋਂ ਜਿਹੜੀ ਹੈਗੀ ਦੁੱਖ ਸਾਰੇ ਦੂਰ ਕਰ ਦੇਣੇ ਆ। ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਓ। ਕਹਿੰਦੇ ਮੇਰਾ ਵੈਦ ਤਾਂ ਗੁਰੂ ਹੈ ਭਾਈ, ਉਹ ਗੋਬਿੰਦ ਪਰਮਾਤਮਾ ਦਾ ਰੂਪ ਗੁਰੂ ਮੇਰਾ ਵੈਦ ਆ। ਕੀ ਕਰ ਰਿਹਾ? ਕੀ ਦੇ ਰਿਹਾ ਦਵਾਈ? ਹਰ ਹਰ ਨਾਮ ਔਖਦ ਮੁਖ ਦੇਵੈ, ਨਾਮ ਦੀ ਦਵਾਈ ਦੇ ਰਿਹਾ, ਮੁਖ ਦੇ ਵਿੱਚ ਦੇ ਰਿਹਾ, ਮਨ ਦੇ ਵਿੱਚ ਦੇ ਰਿਹਾ ਹੈ। ਔਰ ਕਾਟੇ ਜਮ ਕੀ ਫੰਦਾ, ਜਮ ਦੀਆਂ ਫੰਦਾਂ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੂੰ ਕੱਟ ਦਿੰਦਾ ਹੈ। ਜੇ ਹੁਣ ਆਪਾਂ ਧਿਆਨ ਸਿਮਰਨ 'ਚ ਹੀ ਨਹੀਂ ਬੈਠ ਰਹੇ ਤੇ ਦਵਾਈ ਨਹੀਂ ਖਾ ਰਹੇ ਤੇ ਫਿਰ ਕਿਸ ਤਰੀਕੇ ਦੇ ਨਾਲ ਭਾਈ ਬਿਮਾਰੀ ਦੂਰ ਹੋਏਗੀ? ਹਾਲੇ ਪਰਹੇਜ਼ ਵੀ ਚਾਹੀਦਾ ਹੈ ਨਾਲ ਨਾਲ। ਕਿਹੜੀ ਚੀਜ਼ ਲੈਣੀ ਹੈ, ਕਿਹੜੀ ਚੀਜ਼ ਛੱਡਣੀ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ। ਔਖਦ ਦੇ ਧੱਦੇ ਨੂੰ ਔਂਕੜ ਲੱਗੀ ਹੋਈ ਹੈ। ਇਹ ਕੋਈ ਬਾਹਰਲੀ ਦਵਾਈ ਨਹੀਂ ਹੈਗੀ ਭਾਈ, ਇਹ ਨਾਮ ਹੈ ਪਰਮੇਸ਼ਰ ਦਾ, ਇਹ ਧਿਆਨ ਆ, ਇਹ ਸਿਮਰਨ ਹੈਗਾ। ਮੁਖ ਦੇਵੈ ਕਾਟੇ ਜਮ ਕੀ ਫੰਦਾ। ਜਮ ਦੀ ਫੰਦ ਕੱਟ ਜਾਂਦੀ ਹੈ ਇਹਦੇ ਨਾਲ। ਇਹ ਦਵਾਈ ਜਿਹੜਾ ਵੀ ਖਾ ਲੈਂਦਾ ਹੈ ਭਾਈ, ਮੁੱਖ ਦੇ ਵਿੱਚ ਹੀ ਦਵਾਈ ਖਾਂਦੇ ਆਪਾਂ, ਇਸ ਕਰਕੇ ਮੁੱਖ ਲਿਖਿਆ ਮੁੱਖ ਦੇ ਵਿੱਚ। ਇਹ ਮਨ ਜਿਹੜਾ ਹੈਗਾ, ਮਨ ਨੇ ਖਾਣੀ ਹੈ ਦਵਾਈ। ਰਹਾਓ ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ। ਸਮਰਥ ਹੈ ਮਾਲਕ ਪਰਮਾਤਮਾ, ਉਹ ਪੁਰਖ ਹੈਗਾ, ਪੂਰਨ ਹੈਗਾ ਔਰ ਵਿਧੀ ਰਚਣ ਵਾਲਾ ਹੈ ਭਾਈ। ਉਹ ਸਾਰੀ ਸ੍ਰਿਸ਼ਟੀ, ਸਾਰੀ ਗੇਮ ਬਣਾਉਣ ਵਾਲਾ, ਚਲਾਉਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ। ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ। ਜਿਹੜਾ ਵੀ ਉੱਭਰਨਾ ਚਾਹੁੰਦਾ ਹੈ, ਜਿਹੜਾ ਇਸ ਰਸਤੇ 'ਤੇ ਤੁਰਨਾ ਚਾਹੁੰਦਾ ਹੈ, ਮਾਲਕ ਤਾਂ ਆਪਾਂ ਨੂੰ ਆਖਰੀ ਦਮ ਤੱਕ, ਦੇਖੋ ਆਖਰੀ ਦਮ ਤੱਕ ਜਿਹੜਾ ਹੈਗਾ ਮਾਲਕ ਉਡੀਕ ਕਰਦਾ ਕਿ ਮਨੁੱਖੀ ਜੂਨ ਇਹਨੂੰ ਮਿਲੀ ਹੋਈ ਆ, ਕਿਤੇ ਜਿਹੜਾ ਹੈਗਾ ਇਹ ਆ ਜਾਏ, ਕਿਤੇ ਜਿਹੜਾ ਹੈਗਾ ਮੈਨੂੰ ਸਮਰਨ ਕਰ ਲੈ, ਨਾਮ ਦਾ ਆਸਰਾ ਲੈ ਲੈ, ਧਿਆਨ ਕਰਨਾ ਸ਼ੁਰੂ ਕਰਦਾ। ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ। ਨਾਮ ਦੇ ਆਧਾਰ ਦੇ ਨਾਲ ਆਹੀ ਗੇਮਿਆ ਪਾਏ, ਆਹੀ ਦੇਖ ਲਓ ਬ੍ਰਹਮ ਗਿਆਨ ਹੈਗਾ। ਉਹ ਬ੍ਰਹਮ ਗਿਆਨ ਆਪਾਂ ਨੇ ਲਿਆ ਆ, ਇਹ ਗੁਰੂ ਦੀ ਮੱਤ ਲਈ ਆ ਆਪਾਂ ਨੇ। ਇਹਨੂੰ ਜਿਹੜਾ ਹੈਗਾ ਜੇ ਆਪਣੇ ਉੱਤੇ ਇੰਪਲੀਮੈਂਟ ਕਰਾਂਗੇ, ਪ੍ਰੈਕਟੀਕਲ ਕਰਾਂਗੇ ਤੇ ਤਾਂ ਜਿਹੜੇ ਹੈਗੇ ਆਪਾਂ ਇਹ ਗੇਮ ਜਿਹੜੀ ਜਿੱਤ ਸਕਦੇ। ਹੁਣ ਇਹ ਪ੍ਰੈਕਟੀਕਲ ਜਿਹੜਾ ਹੈਗਾ, ਹੁਣ ਆਪਾਂ ਥੋੜ੍ਹਾ ਜਿਹਾ ਸੈਂਪਲ ਜਿਹੜਾ ਹੈਗਾ ਆਪਾਂ ਅਖੀਰ ਦੇ ਵਿੱਚ ਕਰਦੇ ਹੁੰਦੇ। ਨਵੇਂ ਆਏ ਜਿਹੜੇ ਹੈਗੇ ਉਹਨਾਂ ਨੂੰ ਫਿਰ ਜਿਹੜਾ ਦੱਸ ਦਈਏ ਬਈ ਵਾਹਿਗੁਰੂ ਵਾਹਿਗੁਰੂ ਇਹ ਅੱਖਰ ਆਪਾਂ ਜਿਹੜੇ ਹੈਗੇ, ਇਹ ਜਿਹੜੇ ਪਰਮੇਸ਼ਰ ਦਾ ਨਾਮ, ਪਰਮੇਸ਼ਰ ਨੂੰ ਜਿਹੜੇ ਹੈਗੇ ਰਿਪਰੈਜ਼ੈਂਟ ਕਰਦੇ ਆ। ਸਿਰਫ ਇਹਦੇ ਵਿੱਚ ਕੋਈ ਅੱਲਾਹੂ ਵੀ ਕਹਿ ਸਕਦੇ ਹਾਂ ਅਸੀਂ। ਜੇ ਕੋਈ ਮੁਸਲਮਾਨ ਹੋਏ ਕਿ ਵੀ ਤੁਸੀਂ ਅੱਲਾਹ ਦਾ ਜਾਪ ਕਰੋ ਤੇ ਅਸੀਂ ਉਹ ਸ਼ੁਰੂ ਕਰ ਦਾਂਗੇ ਉਹਦੇ ਵਾਸਤੇ। ਕੋਈ ਹਿੰਦੂ ਹੈਗਾ ਹਰੀਓਮ ਕਰ ਲਾਂਗੇ, ਇਹਦੇ ਨਾਲ ਕੋਈ ਮੈਟਰ ਨਹੀਂ ਕਰਦੇ। ਪਰ ਜਿਹੜੇ ਹੈਗੇ ਇਹਦਾ ਸਹਾਰਾ ਲੈਣਾ ਆ, ਇਹਦੇ ਨਾਲ ਆਪਣੇ ਵਿਚਾਰ ਜਿਹੜੇ ਹੈਗੇ ਆ ਉਹਨਾਂ 'ਤੇ ਧਿਆਨ, ਮੇਨ ਚੀਜ਼ ਹੈਗੀ ਇਹਨੂੰ ਸੁਣਨਾ ਹੈਗਾ, ਇਸ ਅੱਖਰ ਨੂੰ ਸੁਣਨਾ ਹੈ। ਸੁਣਦੇ ਇਹ ਅੱਖਰ ਜਿਹੜੇ ਇਹਨੂੰ ਫਿਰ ਅਖੀਰ ਦੇ ਵਿੱਚ ਬੰਦ ਕਰ ਦੇਣਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਚੁੱਪ ਕਰਕੇ ਬੈਠ ਜਾਣਾ ਹੈ ਬਸ। ਔਰ ਵਿਚਾਰ ਕੋਈ ਆ ਰਿਹਾ ਹੈ ਤੇ ਉਹਨੂੰ ਵਿਚਾਰ ਨੂੰ ਨਹੀਂ ਲੈਣਾ ਬਸ। ਔਰ ਭਾਵੇਂ ਮੈਂ ਤਾਂ ਕਹਿੰਦਾ ਹੁੰਦਾ ਵੀ ਇਹ ਜਿਹੜੇ ਤੁਸੀਂ ਆਪਾਂ ਜਿਹੜੇ ਹੈਗੇ ਇਹ ਆਪਾਂ ਜਿਹੜੇ ਗੂਗਲ ਮੀਟ ਦੇ ਥਰੂ ਹੈਗੇ ਆ, ਇਹਨੂੰ ਬੰਦ ਕਰ ਦਿਆ ਕਰੋ ਔਰ ਆਪਣੇ ਜਿਹੜੇ ਹੈਗੇ ਧਿਆਨ ਸਿਮਰਨ ਦੇ ਵਿੱਚ ਬੈਠ ਜਾਇਆ ਕਰੀਏ। ਸਾਡੇ ਤਾਂ ਇੱਥੇ ਸਵੇਰ ਦਾ ਟਾਈਮ ਆ, ਵਧੀਆ ਟਾਈਮ ਆ, ਸਕੂਨ ਦਾ ਟਾਈਮ ਹੈਗਾ। ਆਪਣੇ ਇੰਡੀਆ ਦੇ ਵਿੱਚ ਜਿਹੜੇ ਹੈਗੇ 4:30 ਹੋਏ ਆ ਤਾਂ ਉੱਥੇ ਥੋੜ੍ਹਾ ਰੌਲਾ ਗੋਲਾ ਹੋਣਾ ਹੈ। ਫਿਰ ਵੀ ਜਿਹੜਾ ਹੈਗਾ ਪ੍ਰੈਕਟਿਸ ਤਾਂ ਕਰ ਲਈਏ ਭਾਈ। ਹੁਣ ਇਸ ਸਮੇਂ ਦਾ ਡਿਫਰੈਂਸ ਤਾਂ ਹੈ ਹੀ ਹੈ। ਅਤੇ ਇਹਦੇ ਨਾਲ ਜਿਹੜਾ ਹੈਗਾ ਫਿਰ ਇਹ ਕੀ ਹੋਏਗਾ, ਜਦ ਆਪਾਂ ਸੁਣਨ ਦੇ ਵਿੱਚ ਜਿਹੜੇ ਹੈਗੇ ਆਪਣੇ ਵਿਚਾਰ ਬੰਦ ਹੋਣਗੇ ਅਤੇ ਆਪਾਂ ਨੂੰ ਫਿਰ ਉਹ ਧੁਨ ਸੁਣਨੀ ਸ਼ੁਰੂ ਹੋ ਜਾਏਗੀ। ਉਹ ਸੁਣਨ ਦੀ ਧੁਨ ਆਪਣੇ ਅੰਦਰ ਹਰੇਕ ਦੇ ਅੰਦਰ ਹੈਗੀ, ਹਰੇਕ ਦੇ ਅੰਦਰ। ਕਦੀ ਉਸ ਤੋਂ ਸ੍ਰਿਸ਼ਟੀ ਖਾਲੀ ਨਹੀਂ ਹੈ,
ਜਿੱਥੇ ਮਰਜ਼ੀ ਚਲੇ ਜਾਓ ਉਹ ਧੁਨ ਆ ਜਾਏਗੀ। ਉਹ ਟਿਊਨ ਹੋ ਗਏ ਆਪਾਂ ਉਸ ਰੇਡੀਓ ਫ੍ਰੀਕੁਐਂਸੀ ਦੇ ਉੱਤੇ, ਉਹ ਧੁਨ ਫੜ ਗਈ। ਉਹ ਹੈਗੇ ਉਹ ਪਰਮੇਸ਼ਰ ਜਿਹੜਾ ਹੈਗਾ, ਉਹ ਪਰਮੇਸ਼ਰ ਦੇ ਚਰਨ ਹੈਗੇ ਭਾਈ। ਉਹ ਚਰਨ ਫੜ ਲਈਏ ਬਸ, ਚਰਨ ਫੜ ਕੇ ਫੜੇ ਗਏ ਤੇ ਮਾਲਕ ਤਾਂ ਹੈ ਹੀ ਹੈ। ਮਾਲਕ ਤਾਂ ਫਿਰ ਚਰਨ ਛੱਡ ਕੇ ਥੋੜ੍ਹੀ ਨਾ, ਚਰਨਾਂ ਦੇ ਨਾਲ ਹੀ ਮਾਲਕ ਹੈਗਾ। ਉਹੀ ਆਪਣੀ ਆਤਮਾ ਹੈਗੀ, ਉਹੀ ਚਰਨ ਹੈਗੇ। ਉਹਨੇ ਜਿਹੜਾ ਵਿਚਾਰ ਮੰਡਲ ਤੋਂ ਬਾਹਰ ਲੈ ਜਾਣਾ ਹੈ, ਉਸ ਧੁਨ ਨੇ ਵਿਚਾਰ ਮੰਡਲ ਤੋਂ ਬਾਹਰ ਲੈ ਜਾਣਾ। ਮਾਲਕ ਲੜ ਫੜਾ ਰਿਹਾ ਆਪਾਂ ਨੂੰ, ਲੜ ਫੜ ਲਈਏ। ਔਰ ਉਹਨਾਂ ਨੂੰ ਹੀ ਬਾਣੀ ਚਰਨ ਕਹਿ ਰਹੀ ਹੈ ਭਾਈ। ਔਰ ਉਹਦੇ ਨਾਲ ਫਿਰ ਜਿਹੜਾ ਹੈਗਾ ਅੱਗੇ ਜਿਹੜੀ ਹੈਗੀ ਆਪਣੀ ਆਤਮਾ ਤੱਕ ਦੀ ਯਾਤਰਾ, ਪਰਮਾਤਮਾ ਤੱਕ ਦੀ ਯਾਤਰਾ ਪੂਰੀ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਮਾਈਕ ਬੰਦ ਕਰ ਦਿਓ ਜੀ ਆਪਣੇ ਆਪਣੇ। ਵਾਹਿਗੁਰੂ। हरपाल ढिल्लों जी माइक बंद कर दो, मैं कर देना, चलो कोई नहीं। I'm sorry. No, I will do it, don't worry.